ਫਗਵਾੜਾ ਦੀਆਂ ਲੇਟੈਸਟ ਖਬਰਾਂ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਫਗਵਾੜਾ ਪ੍ਰਾਈਮ ਟਾਈਮ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਬੈਲ ਆਈਕਨ ਨੂੰ ਪ੍ਰੈਸ ਕਰੋ। ਤੇ ਕੈਂਡਲ ਮਾਰਚ ਦਾ ਤੁਹਾਡਾ ਕੀ ਮਹੱਤਵ ਹੈ ਜੀ? ਅੱਜ ਦਾ ਕੈਂਡਲ ਮਾਰਚ ਸਮੂਹ ਫਗਵਾੜੇ ਦੀ ਜਨਤਾ ਕਿਸਾਨਾਂ ਦੇ ਹੱਕ ਦੇ ਵਿੱਚ ਕੱਢ ਰਹੀ ਹੈ। ਕਿਸਾਨ ਜਿਹੜਾ ਆਪਣਾ ਇੱਕ ਰੈਵੋਲੂਸ਼ਨ ਕਰ ਰਹੇ ਹਨ, ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ, ਉਹਨਾਂ ਦੇ ਹੱਕ ਦੇ ਨਾਲ ਪੂਰੀ ਫਗਵਾੜੇ ਦੀ ਜਨਤਾ ਖੜੀ ਹੈ ਜੀ। ਕਿਸੇ ਵੀ ਰੈਵੋਲੂਸ਼ਨ ਦਾ ਜਿਹੜਾ ਮਹੱਤਵ ਹੁੰਦਾ ਆ, ਉਹ ਮਹੱਤਵ ਉਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹਦੇ ਪਿੱਛੇ ਦੀ ਵਿਚਾਰਧਾਰਾ ਕੀ ਹੈ। ਔਰ ਇਸ ਦੇ ਪਿੱਛੇ ਦੀ ਜਿਹੜੀ ਵਿਚਾਰਧਾਰਾ ਹੈ ਔਰ ਬਹੁਤ ਹੀ ਨੇਕ ਹੈ ਔਰ ਬਹੁਤ ਹੀ ਪਾਕ ਹੈ। ਔਰ ਇਸ ਦੇ ਪਿੱਛੇ ਦੀ ਵਿਚਾਰਧਾਰਾ ਦੇ ਉੱਤੇ ਮੈਂ ਫਗਵਾੜੇ ਦੀ ਜਨਤਾ ਨੂੰ ਔਰ ਦੇਸ਼ ਵਾਸੀਆਂ ਨੂੰ ਜਾਗਰੂਕ ਕਰਾਉਣਾ ਚਾਹੁੰਦਾ ਹਾਂ ਕਿ ਇਸ ਦੇ ਪਿੱਛੇ ਜਿਹੜੀ ਵਿਚਾਰਧਾਰਾ ਹੈ ਉਹ MS ਸਵਾਮੀਨਾਥਨ ਰਿਪੋਰਟ ਦੇ ਉੱਤੇ ਕਾਇਮ ਹੈ। MS ਸਵਾਮੀਨਾਥਨ ਰਿਪੋਰਟ ਨੂੰ ਆਏ ਕਈ ਸਾਲ ਹੋ ਚੁੱਕੇ ਹਨ, ਪਰ ਉਹਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ। ਜੇ ਅੱਜ ਉਸ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕੀਤਾ ਜਾਂਦਾ ਤੇ ਸਾਡੇ ਕਿਸਾਨ ਖੁਸ਼ਹਾਲ ਹੁੰਦੇ, ਉਹਨਾਂ ਦੀ ਜੇਬ 'ਚ 9 ਲੱਖ ਕਰੋੜ ਰੁਪਇਆ ਜ਼ਿਆਦਾ ਹੁੰਦਾ। ਔਰ ਜਿਹੜਾ ਕਿ ਉਹਨਾਂ ਦਾ ਜਿਹੜਾ ਅੱਜ ਤੱਕ ਲੋਨ ਬੋਲਦਾ 6 ਲੱਖ ਕਰੋੜ ਦਾ ਬੋਲਦਾ ਹੈ, ਉਹਦੇ ਨਾਲੋਂ ਵੀ 3 ਲੱਖ ਕਰੋੜ ਜ਼ਿਆਦਾ ਹੁੰਦਾ। ਮੈਂ ਦੱਸਣਾ ਚਾਹੂੰਗਾ ਕਿ MS ਸਵਾਮੀਨਾਥਨ ਜੀ ਕੌਣ ਸੀਗੇ। MS ਸਵਾਮੀਨਾਥਨ ਜੀ ਦਾ ਜਨਮ 1925 ਦੇ ਵਿੱਚ ਹੋਇਆ ਸੀ। ਇੱਕ ਤਾਮਿਲਨਾਡੂ ਦੇ ਸੀਗੇ, ਉਹ ਇੱਕ ਸਾਇੰਟਿਸਟ ਸੀਗੇ ਔਰ ਸਿਰਫ 43 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਪਦਮ ਵਿਭੂਸ਼ਣ ਵੀ ਮਿਲ ਗਿਆ ਸੀ, ਪਦਮ ਭੂਸ਼ਣ ਵੀ ਮਿਲ ਗਿਆ ਸੀ, ਪਦਮ ਵਿਭੂਸ਼ਣ ਵੀ ਮਿਲ ਗਿਆ ਸੀਗਾ। ਔਰ ਮੈਂ ਦੱਸਣਾ ਚਾਹੁੰਦਾ ਕਿ 1966 ਦੀ ਜਿਹੜੀ ਗ੍ਰੀਨ ਰੈਵੋਲੂਸ਼ਨ ਹੋਈ ਸੀਗੀ, ਉਹਦੇ ਵੀ ਜਿਹੜੇ ਜਨ ਨਾਇਕ ਸੀਗੇ ਉਹ ਸਵਾਮੀਨਾਥਨ ਜੀ ਸੀਗੇ, ਕਿਉਂਕਿ ਉਹਨਾਂ ਨੇ ਜਿਹੜਾ ਗੇਹੂੰ ਦਾ ਬੀਜ ਸੀਗਾ ਉਹਨੂੰ ਇੱਕ ਹਾਈਬ੍ਰਿਡ ਬੀਜ ਦਾ ਰੂਪ ਦਿੱਤਾ ਸੀ। ਪੰਜਾਬ ਦਾ ਜਿਹੜਾ ਬੀਜ ਸੀਗਾ ਔਰ ਮੈਕਸੀਕੋ ਦਾ ਜਿਹੜਾ ਬੀਜ ਸੀਗਾ ਉਹਨੂੰ ਮਿਲਾ ਕੇ ਇੱਕ ਨਵਾਂ ਹਾਈਬ੍ਰਿਡ ਬੀਜ ਦਿੱਤਾ ਸੀ, ਜਿਸ ਨਾਲ ਹਰਿਤ ਕ੍ਰਾਂਤੀ ਆਈ ਸੀਗੀ। ਉਸ ਤੋਂ ਬਾਅਦ ਹੀ ਸਰਕਾਰ ਨੇ ਉਹਨਾਂ ਨੂੰ ਪਦਮ ਭੂਸ਼ਣ ਦਾ ਤਾਮਿਤ ਕੀਤਾ ਸੀਗਾ, ਕਿਉਂਕਿ ਕਿਸਾਨਾਂ ਦੀ ਬਹੁਤ ਮਾੜੀ ਹਾਲਤ ਸੀ, ਸੁਸਾਈਡ ਹੋ ਰਹੀਆਂ ਸੀ ਪੂਰੇ ਦੇਸ਼ ਦੇ ਵਿੱਚ। ਇਸ ਲਈ 2004 ਦੇ ਵਿੱਚ ਸਵਾਮੀਨਾਥਨ ਕਮਿਸ਼ਨ ਦਾ ਗਠਨ ਕੀਤਾ ਗਿਆ, ਜਿਹਨੂੰ ਅਸੀਂ ਨੈਸ਼ਨਲ ਕਮਿਸ਼ਨ ਔਨ ਫਾਰਮਰਸ ਵੀ ਕਹਿੰਦੇ ਹਨ। ਔਰ ਉਸ ਕਮਿਸ਼ਨ ਦੀ ਜਦੋਂ ਰਿਪੋਰਟ ਆਈ, ਉਹਨਾਂ ਦੇ ਵਿੱਚ 6 ਪੁਆਇੰਟ ਮੁੱਖ ਲਾਗੂ ਕੀਤੇ ਲਈ ਉਹਨਾਂ ਨੇ ਕਿਹਾ ਗਿਆ, ਜਿਸ 'ਚ ਮੇਨ ਪੁਆਇੰਟ ਸੀਗਾ MSP ਦਾ। ਉਹਨਾਂ ਨੇ ਉਸ ਰਿਪੋਰਟ ਨੇ ਕਿਹਾ ਸੀਗਾ ਕਿਸਾਨ ਦੀ ਜਿਹੜੀ ਲਾਗਤ ਆਉਂਦੀ ਹੈ ਉਹਨਾਂ ਦੀ ਫਸਲ ਉਗਾਉਣ ਦੇ ਵਿੱਚ, ਉਹ ਤੋਂ ਡੇਢੀ ਕੀਮਤ ਨੂੰ MSP ਰੱਖਿਆ ਜਾਵੇ। ਉਹਦੇ 'ਚ 3 ਚੀਜ਼ਾਂ ਉਹਨਾਂ ਨੇ ਸ਼ਾਮਿਲ ਕੀਤੀਆਂ। ਮੇਨ ਜਿਹੜੀ ਫਰਟੀਲਾਈਜ਼ਰ ਔਰ ਬੀਜ ਔਰ ਜਿਹੜੀ ਸਿੰਚਾਈ ਦਾ ਖਰਚਾ ਆ, ਪਲੱਸ ਉਹਨਾਂ ਦੀ ਫੈਮਿਲੀ ਦੀ ਜਿਹੜੀ ਮਿਹਨਤ ਹੈ ਉਹਦਾ ਖਰਚਾ ਆ, ਪਲੱਸ ਉਹਨਾਂ ਨੇ ਜਿਹੜਾ ਲੋਨ ਲਿੱਤੇ ਹੁੰਦੇ ਆ ਨਾ, ਉਹ ਲੋਨ ਦੇ ਉੱਤੇ ਜਿਹੜੇ ਉਹਨਾਂ ਨੂੰ ਵਿਆਜ ਦੇਣਾ ਪੈਂਦਾ ਹੈ, ਜ਼ਮੀਨਾਂ ਦਾ ਉਹਨਾਂ ਨੂੰ ਜਿਹੜਾ ਹਾਲਾ ਦੇਣਾ ਪੈਂਦਾ ਹੈ, ਉਹਦਾ ਖਰਚਾ। ਤਿੰਨਾਂ ਨੂੰ ਮਿਲਾ ਕੇ ਜਿਹੜੀ ਇੱਕ ਕਾਸਟ ਆਉਂਦੀ ਹੈ, ਉਹਨਾਂ ਨੇ ਉਹਨੂੰ ਨਾਮ ਦਿੱਤਾ C2। ਤਾਂ ਉਹਨਾਂ ਨੇ ਕਿਹਾ ਕਿ ਉਹ C2 ਕਾਸਟ ਦੇ ਉਹਨੂੰ ਡੇਟਾ ਦਿੱਤਾ ਜਾਵੇ ਕਿ ਅਗਰ ਕਿਸਾਨ ਦੀ ਕਾਸਟ 100 ਰੁਪਏ ਆਉਂਦੀ ਹੈ ਕਿਤੇ 150 ਰੁਪਏ MSP ਤੈਅ ਕੀਤੀ ਜਾਵੇ ਤਾਂ ਕਿ ਕਿਸਾਨ ਨੂੰ 150 ਰੁਪਏ ਮਿਲੇ ਅਗਰ 100 ਰੁਪਏ ਦੀ ਲਾਗਤ ਹੈ, ਜਿਹੜੀ ਕਿ ਹਾਲੇ ਤੱਕ ਲਾਗੂ ਨਹੀਂ ਕੀਤੀ ਗਈ। ਦੂਜੀ ਗੱਲ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਸਰਪਲਸ ਲੈਂਡ ਹੈ ਪੂਰੇ ਹਿੰਦੁਸਤਾਨ ਦੇ ਵਿੱਚ, ਜਿਹੜਾ ਕਿ ਅੰਗਰੇਜ਼ਾਂ ਦੇ ਟਾਈਮ ਤੇ ਕਿਸਾਨਾਂ ਦੇ ਕੋਲ ਹੁੰਦਾ ਸੀ, ਬਾਅਦ 'ਚ ਉਸ ਲੈਂਡ ਦੇ ਉੱਤੇ ਗਵਰਨਮੈਂਟ ਦਾ ਕਬਜ਼ਾ ਹੋ ਗਿਆ ਆ, ਤਾਂ ਉਸ ਜਿਹੜਾ ਸਰਪਲਸ ਲੈਂਡ ਹੈ ਉਹ ਜ਼ਮੀਨਹੀਨ ਕਿਸਾਨਾਂ ਦੇ ਵਿੱਚ ਵੰਡ ਦਿੱਤਾ ਜਾਵੇ। ਜਿਨ੍ਹਾਂ ਕਿਸਾਨਾਂ ਕੋਲ ਜ਼ਮੀਨ ਨਹੀਂ ਹੈਗੀ ਉਹਨਾਂ ਦੇ ਵਿੱਚ ਉਸ ਸਰਪਲਸ ਲੈਂਡ ਨੂੰ ਵੰਡ ਦਿੱਤਾ ਜਾਵੇ, ਜਿਹੜਾ ਹਾਲੇ ਤੱਕ ਨਹੀਂ ਵੰਡਿਆ ਗਿਆ। ਪਲੱਸ ਉਹਨਾਂ ਨੇ ਇਸ ਦੇ ਵਿੱਚ ਕਿਹਾ ਸੀਗਾ ਕਿ ਫਾਰਮ ਨੂੰ ਇੰਸ਼ੋਰੈਂਸ ਹੋਣੀ ਚਾਹੀਦੀ ਹੈ, ਕਿ ਫਾਰਮਰਸ ਨੂੰ ਸਬਸਿਡੀ ਮਿਲਣੀ ਚਾਹੀਦੀ ਹੈ। ਸਬਸਿਡੀ ਇਨ ਦੀ ਸੈਂਸ ਕਿ ਜਿਹੜਾ ਸਾਡੇ ਹਿੰਦੁਸਤਾਨ ਦੀ GDP ਹੈਗੀ ਆ, GDP ਦਾ 1% ਹਿੱਸਾ ਕਿਸਾਨ ਸਬਸਿਡੀ ਦੇ ਉੱਤੇ ਖਰਚ ਕੀਤਾ ਜਾਣਾ ਚਾਹੀਦਾ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਫਾਰਮਰਸ ਨੂੰ ਫਰਟੀਲਾਈਜ਼ਰਸ ਮਿਲਣ, ਕੋਈ ਵੀ ਫਾਰਮਰਸ ਦਾ ਖਰਚਾ ਹੈਗਾ ਆ ਉਹਨਾਂ ਨੂੰ ਦਿੱਤਾ ਜਾਵੇ ਔਰ ਉਹਦੇ ਵਿੱਚ ਕੋਈ ਕਮੀ ਨਾ ਰਹਿ ਸਕੇ। ਤੀਸਰੀ ਔਰ ਬਹੁਤ ਇੰਪੋਰਟੈਂਟ ਉਹਨਾਂ ਨੇ ਜਿਹੜੀ ਗੱਲ ਕਹੀ ਸੀਗੀ ਕਿ ਜਿਹੜਾ ਕਿ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ ਕਿ ਕਿਸਾਨ ਫਰਟੀਲਿਟੀ, ਜਿਹੜੀ ਸੋਇਲ ਦੀ ਫਰਟੀਲਿਟੀ ਚੈੱਕ ਕਰਨ ਲਈ ਲੈਬਸ ਬਣਨ। ਪੂਰੇ ਹਿੰਦੁਸਤਾਨ ਦੇ ਵਿੱਚ ਹਰ ਏਰੀਆਜ਼ ਦੇ ਵਿੱਚ ਲੈਬਸ ਬਣਨ, ਜਿਹੜੀ ਕਿਸਾਨ ਨੂੰ ਸੋਇਲ ਦੀ ਫਰਟੀਲਿਟੀ ਬਾਰੇ ਦੱਸਣ ਔਰ ਉਹ ਦੱਸਣ ਕਿ ਉਹਦੇ ਵਿੱਚ ਕਿਹੜਾ ਅਨਾਜ ਉਗਾਇਆ ਜਾ ਸਕਦਾ ਹੈ, ਕਿਹੜੀ ਜ਼ਮੀਨ ਮੌਸਮ ਦੇ ਹਿਸਾਬ ਨਾਲ ਕਿਸ ਅਨਾਜ ਲਈ ਉਹਨਾਂ ਲਈ ਸੂਟੇਬਲ ਹੈ। ਤਾਂ ਉਹਦੀ MSP ਵੀ ਤੈਅ ਕੀਤੀ ਜਾਵੇ, ਜਿਹੜੀ ਉਹਦੀ MSP ਤੈਅ ਕੀਤੀ ਜਾਵੇ ਔਰ ਉਹ ਕਿਸਾਨਾਂ ਨੂੰ ਮਿਲੇ ਵੀ, ਉਹਦੇ ਲਈ ਲਾਭ ਬਣੇ ਕਿ ਜਿਹੜਾ ਕੋਈ ਬੰਦਾ ਜਾਂ ਕਿਸਾਨ ਜਾਂ ਕੋਈ ਆਰਗੇਨਾਈਜੇਸ਼ਨ ਉਹਨਾਂ ਨੂੰ MSP ਨਹੀਂ ਦਿੰਦੀ, ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਔਰ ਤਾਂ ਕਿ ਫਸਲ ਉਗਾਉਣ ਲਈ ਪ੍ਰੋਤਸਾਹਿਤ ਹੋਣ ਕਿਸਾਨ, ਜਿਹੜੀ ਵੀ ਉਹਨਾਂ ਨੂੰ ਉਹ ਲੈਬ ਗਾਈਡ ਕਰੇਗੀ। ਪਲੱਸ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਵੀ ਹੈਗੀ ਆ ਕਿਸਾਨਾਂ ਦੀਆਂ ਜ਼ਰੂਰਤਾਂ ਉਹਨਾਂ ਨੂੰ
ਮੁੱਖ ਰੱਖਦੇ ਹੋਇਆ ਇੱਕ ਕਿਸਾਨਾਂ ਲਈ ਕਮਿਸ਼ਨ ਬਣਾਇਆ ਜਾਏ, ਗਠਨ ਕੀਤਾ ਜਾਵੇ ਜਿਹੜਾ ਲੋੜਵੰਦ ਕਿਸਾਨਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖੇ, ਜਿਹੜਾ ਅੱਜ ਤੱਕ ਨਹੀਂ ਕੀਤਾ ਗਿਆ। ਬਜਾਏ ਇਸ ਦੇ ਕਿ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ, ਸਰਕਾਰ ਨੇ ਕੀ ਕੀਤਾ ਕਿ ਆਪਣੇ ਵੱਲੋਂ ਇੱਕ 3 ਕਾਲੇ ਕਾਨੂੰਨ ਲਾਗੂ ਕਰਦੇ ਜਿਨ੍ਹਾਂ ਨੂੰ ਕਿਸਾਨਾਂ ਨੇ ਮੰਗਿਆ ਨਹੀਂ ਸੀ। ਕਿਸਾਨਾਂ ਨੇ ਸਵਾਮੀਨਾਥਨ ਰਿਪੋਰਟ ਮੰਗੀ ਤੇ ਉਹਨਾਂ ਨੂੰ ਉਸ ਮਰਜ ਦੇ ਵਿੱਚ ਗਵਰਨਮੈਂਟ ਨੇ, ਸੈਂਟਰ ਗਵਰਨਮੈਂਟ ਨੇ ਕੀ ਦਿੱਤਾ, 3 ਕਾਲੇ ਕਾਨੂੰਨ ਜਿਹੜੇ ਫਾਰਮਰਸ ਦੇ ਅਗੇਂਸਟ ਹਨ, ਜਿਸ 'ਚ MSP ਦਾ ਜ਼ਿਕਰ ਨਹੀਂ ਹੈ ਔਰ MSP ਦੀ ਗਰੰਟੀ ਵੀ ਨਹੀਂ ਹੈ ਔਰ ਇਸ ਨਾਲ ਕਿਸਾਨਾਂ ਦਾ ਕੋਈ ਭਲਾ ਨਹੀਂ ਹੋ ਸਕਦਾ ਉਹ 3 ਕਾਨੂੰਨਾਂ ਦੇ ਕਾਰਨ। ਇਸੇ ਲਈ ਕਿਸਾਨ ਉਹਦਾ ਵਿਰੋਧ ਕਰ ਰਹੇ ਹਨ ਔਰ ਉਹਨਾਂ ਦੀ ਵਿਚਾਰਧਾਰਾ ਕਹਿੰਦੀ ਹੈ ਕਿ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਕਿਸਾਨਾਂ ਦੇ ਵਾਸਤੇ ਆ ਉਹਨਾਂ ਨੂੰ ਲਾਗੂ ਕੀਤੀ ਜਾਵੇ ਔਰ ਜਿਹੜੇ 3 ਕਾਲੇ ਕਾਨੂੰਨ ਆ ਉਹ ਖਤਮ ਕੀਤੇ ਜਾਣ। ਇਸ ਲਈ ਉਹਨਾਂ ਦਾ ਸੰਘਰਸ਼ ਹੋ ਰਿਹਾ ਹੈ ਔਰ ਇਸ ਸੰਘਰਸ਼ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਆ, ਉਹਨਾਂ ਦਾ ਸਾਥ ਦੇ ਰਹੇ ਹਾਂ। ਆਪਣੇ ਆਪਣੇ ਲੈਵਲ ਤੇ ਪੂਰੇ ਦੇਸ਼ ਦੇ ਵਿੱਚ ਕੋਈ ਵੀ ਇਨਸਾਨ ਆਪਣਾ ਵਿਰੋਧ ਜ਼ਾਹਿਰ ਕਰ ਸਕਦਾ ਹੈ, ਜਿਹਦੇ ਵਿੱਚ ਕਿਸਾਨ ਆਰਗੇਨਾਈਜੇਸ਼ਨ ਨੇ ਕਿਹਾ ਵੀ 8 ਤਰੀਕ ਨੂੰ ਅਸੀਂ ਪੂਰਨ ਬੰਦ ਰੱਖਣਾ ਪੂਰੇ ਹਿੰਦੁਸਤਾਨ ਦਾ। ਅਸੀਂ ਸਾਰੀਆਂ ਆਰਗੇਨਾਈਜੇਸ਼ਨ ਕਿਸਾਨਾਂ ਦੇ ਨਾਲ ਹਨ। 8 ਤਰੀਕ ਨੂੰ ਅਸੀਂ ਪੂਰਨ ਬੰਦ ਰੱਖਾਂਗੇ ਪੂਰੇ ਹਿੰਦੁਸਤਾਨ ਦੇ ਵਿੱਚ ਔਰ ਇਸ ਨਾਲ ਉਹਨਾਂ ਨੂੰ ਇੱਕ ਬਲ ਮਿਲੇਗਾ। ਹੁਣ ਉੱਥੇ ਜਿਹੜੇ ਕਿਸਾਨ ਬੈਠੇ ਆ, ਸੰਘਰਸ਼ ਕਰ ਰਹੇ ਹਨ ਬਾਰਡਰ ਦੇ ਉੱਤੇ, ਉਹਨਾਂ ਨੂੰ ਬਲ ਦੇਣ ਵਾਸਤੇ ਪੂਰੇ ਹਿੰਦੁਸਤਾਨ ਤੋਂ ਸਪੋਰਟ ਮਿਲ ਰਹੀ ਹੈ ਜੀ। ਔਰ ਖਾਸ ਕਰਕੇ ਅਸੀਂ ਬਹੁਤ ਜ਼ਿਆਦਾ ਧੰਨਵਾਦ ਵਿਅਕਤ ਕਰਨਾ ਚਾਹਾਂਗੇ ਹਰਿਆਣਾ ਵਾਸੀਆਂ ਦਾ, ਜਿਹੜਾ ਉਹਨਾਂ ਦਾ ਖਿਆਲ ਰੱਖ ਰਹੇ ਹਨ। ਉਹਨਾਂ ਨੂੰ ਕੋਈ ਲੰਗਰ ਪਾਣੀ ਦੀ ਦਿੱਕਤ ਨਹੀਂ ਆ ਰਹੀ। ਫਗਵਾੜੇ ਤੋਂ ਵੀ ਲੰਗਰ ਜਾ ਰਿਹਾ ਹੈਗਾ, ਪੂਰੇ ਪੰਜਾਬ ਤੋਂ ਜਾ ਰਿਹਾ, ਬਟ ਹਰਿਆਣਾ ਦੇ ਵਾਸੀ ਉੱਥੇ ਬੈਠੇ ਵੀ ਉਹਨਾਂ ਦਾ ਪੂਰਾ ਖਿਆਲ ਰੱਖ ਰਹੇ ਹਨ। ਇਸ ਲਈ ਅਸੀਂ ਧੰਨਵਾਦੀ ਹਾਂ ਹਰਿਆਣਾ ਵਾਸੀਆਂ ਦਾ ਵੀ। ਔਰ ਹੁਣ ਕਿਸਾਨਾਂ ਦੇ ਇਸ ਸੰਘਰਸ਼ ਦੇ ਵਿੱਚ ਪੂਰੇ ਹਿੰਦੁਸਤਾਨ ਦਾ ਸਾਥ ਮਿਲ ਰਿਹਾ। ਪੂਰੇ ਹਿੰਦੁਸਤਾਨ ਦੇ ਕਿਸਾਨ ਜੁੜ ਚੁੱਕੇ ਹਨ ਔਰ ਪੂਰੇ ਹਿੰਦੁਸਤਾਨ ਦੇ ਕਿਸਾਨ ਉੱਥੇ ਪਹੁੰਚ ਰਹੇ ਹਨ ਔਰ ਹਰ ਵੀ ਇਨਸਾਨ ਆਪਣੇ ਆਪਣੇ ਸ਼ਹਿਰ 'ਚ ਬੈਠਾ ਉਹਨਾਂ ਨੂੰ ਸਪੋਰਟ ਦੇ ਰਿਹਾ ਹੈ, ਉਹਨਾਂ ਦੇ ਨਾਲ ਖੜਾ ਹੈ। ਥੈਂਕ ਯੂ ਸਟਾਰਟ। ਜਿਵੇਂ ਹਜੇ ਤੁਹਾਡਾ ਤੁਸੀਂ ਦੇਖ ਰਹੇ ਹੋ ਫਗਵਾੜਾ ਪ੍ਰਾਈਮ ਟਾਈਮ ਟੀਵੀ, ਜਿੱਦਾਂ ਕਿ ਦਰਸ਼ਕਾਂ ਵੱਲੋਂ ਜਿੱਦਾਂ ਕਿ ਇੱਥੇ ਫਗਵਾੜੇ ਦੇ ਵਿੱਚ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਤੇ ਆਓ ਗੱਲ ਕਰਦੇ ਹਾਂ ਕਿ ਕਿਸ ਮਹੱਤਵ ਲਈ ਉਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ, ਸਰਕਾਰਾਂ ਤੋਂ ਕਿਹੜੀਆਂ ਉਹਨਾਂ ਨੇ ਗੱਲਾਂ ਮਨਵਾਉਣੀਆਂ ਨੇ। ਆਓ ਗੱਲ ਕਰਦੇ ਹਾਂ। ਭਾਰਤ ਸਰਕਾਰ ਨੇ ਜੋ ਇੱਕ ਸਾਡੇ ਕਿਸਾਨਾਂ ਵਾਸਤੇ, ਦੇਸ਼ ਦੇ ਕਿਸਾਨਾਂ ਵਾਸਤੇ 3 ਕਾਲੇ ਕਾਨੂੰਨ ਬਣਾਏ ਨੇ, ਉਹ ਕਾਲੇ ਕਾਨੂੰਨ ਜਿਹੜੇ ਕਿ ਸਾਡੇ ਦੇਸ਼ ਦੇ ਕਿਸਾਨਾਂ ਨੂੰ ਮਨਜ਼ੂਰ ਨਹੀਂ ਤੇ ਅਸੀਂ ਉਹਨਾਂ ਦੇ ਸਮਰਥਨ ਵਾਸਤੇ ਅੱਜ ਫਗਵਾੜੇ ਵਿੱਚ ਕਿਸਾਨ ਭਰਾਵਾਂ ਦਾ ਹੌਸਲਾ ਉਸਾਈ ਕਰਨ ਵਾਸਤੇ ਕੈਂਡਲ ਮਾਰਚ ਕਰ ਰਹੇ ਹਾਂ, ਜੋ ਕਿ ਨਾ ਤੇ ਇਹ ਕੋਈ ਕਿਸੇ ਰਾਜਨੀਤਿਕ ਪਾਰਟੀ ਨਾਲ ਤਾਲੁਕ ਰੱਖਦਾ ਹੈ। ਪੂਰਾ ਸ਼ਹਿਰ ਫਗਵਾੜਾ ਸ਼ਹਿਰ ਦੀਆਂ ਸਾਰੀਆਂ ਧਾਰਮਿਕ, ਸਮਾਜਿਕ ਅਤੇ ਵਪਾਰਿਕ ਜਥੇਬੰਦੀਆਂ ਮਿਲ ਕੇ ਇੱਕ ਰੋਸ ਕੈਂਡਲ ਮਾਰਚ ਮੋਦੀ ਸਰਕਾਰ ਦੇ ਖਿਲਾਫ ਕਰ ਰਹੀਆਂ ਨੇ। ਜਦ ਸਾਰੇ ਦੇਸ਼ ਦੇ ਕਿਸਾਨ, ਬਜ਼ੁਰਗ, ਬੱਚੇ, ਮਾਤਾਵਾਂ ਇਸ ਦੇ ਵਿਰੋਧ ਦੇ ਵਿੱਚ ਇਸ ਨੂੰ ਵਾਪਸ ਕਰਵਾਉਣ ਦੇ ਲਈ ਜਲਦੀ ਕਰਕੇ ਗਏ। ਠੰਡ ਦੇ ਵਿੱਚ ਉਹਨਾਂ ਨੂੰ ਪਾਣੀ ਦੀਆਂ ਬੁਛਾਰਾਂ ਅਤੇ ਬਹੁਤ ਤਰ੍ਹਾਂ ਦੇ ਤਸ਼ੱਦਦ ਢਾਇਆ ਜਾ ਰਿਹਾ ਹੈ। ਸਾਡੀ ਫਿਰ ਹੱਥ ਜੋੜ ਕੇ ਬੇਨਤੀ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨ ਮਾਰੂ ਜੋ ਨਏ ਆਰਡੀਨੈਂਸ ਲਿਆਂਦੇ ਗਏ ਇਹਨਾਂ ਨੂੰ ਵਾਪਸ ਕੀਤਾ ਜਾਵੇ ਅਤੇ ਇਸ ਦੇ ਨਾਲ ਸਾਡਾ ਦੇਸ਼ ਪਹਿਲੇ ਆਪਣਾ ਜਿਵੇਂ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਉਵੇਂ ਚੱਲੇ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਧੰਨਵਾਦ। ਹੱਕ ਦੇ ਵਿੱਚ ਕੈਂਡਲ ਮਾਰਚ ਅਸੀਂ ਕੱਢ ਰਹੇ ਹਾਂ। ਸੋ ਮੈਂ ਆਸ ਇਹ ਕਰਦਾ ਹਾਂ, ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੁੰਗਾਰਾ ਭਰਨਾ ਚਾਹੁੰਦਾ ਵੀ ਸਾਰੇ ਅਰਦਾਸ ਕਰਨ ਕਿ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਕਿਸਾਨ ਲੜਾਈ ਲੜ ਰਹੇ ਨੇ, ਅਸੀਂ ਸਾਰੇ ਹੀ ਜੂਲਰ ਐਸੋਸੀਏਸ਼ਨ, ਸਾਰੀ ਐਸੋਸੀਏਸ਼ਨਾਂ ਉਹਨਾਂ ਦੇ ਹੱਕ ਦੇ ਵਿੱਚ ਖੜੀਆਂ ਹਨ। ਜੈ ਹਿੰਦ। ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ। ਕਾਫਲੇ ਤੂਫਾਨਾਂ ਵਾਂਗ ਚੜੇ ਆਉਂਦੇ ਨੇ, ਅੱਕੇ ਹੋਏ ਰੋ ਨਾਲ ਭਰੇ ਆਉਂਦੇ ਨੇ। ਕਾਫਲੇ ਤੂਫਾਨਾਂ ਵਾਂਗ ਚੜੇ ਆਉਂਦੇ ਨੇ, ਅੱਕੇ ਹੋਏ ਰੋ ਨਾਲ ਭਰੇ ਆਉਂਦੇ ਨੇ। ਮਹਿਲਾ ਵਿੱਚ ਨਿਕਲ ਕੇ ਤੱਕ ਦਿੱਲੀਏ, ਮਹਿਲਾ ਵਿੱਚ ਨਿਕਲ ਕੇ ਤੱਕ ਦਿੱਲੀਏ। ਮੁੜਦੇ ਨਹੀਂ ਲਏ ਬਿਨਾ ਹੱਕ ਦਿੱਲੀਏ, ਮੁੜਦੇ ਨਹੀਂ ਲਏ ਬਿਨਾ ਹੱਕ ਦਿੱਲੀਏ। ਹੁਣ ਮੁੜਦੇ
ਸੀਗੇ ਤੇ ਆਪ 5-5 ਲੱਖ ਰੁਪਏ ਨੂੰ ਰਾਜਿਆਂ ਘਰਾਣਿਆਂ ਨੂੰ ਵੇਚਦੇ ਆ। ਜਦ ਕਿ ਅਸੀਂ ਹਰ ਹਾਲਤ ਉਹਨਾਂ ਕਿਸਾਨਾਂ ਦੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਆ, ਅਸੀਂ ਉਹਨਾਂ ਦੀ ਪਿੰਡ ਜਾ ਕੇ ਮਦਦ ਕਰਾਂਗੇ ਔਰ ਹਰ ਹਾਲਤ ਉਹ ਉੱਥੇ ਬੈਠਣਗੇ। ਆ ਜਾਓ ਜੀ। ये किसान अनाज ही नहीं उगाएगा तो दुनिया खाएगी की? ये किसान उगाएगा नहीं तो दुनिया खाएगी की? ਗਵਰਨਮੈਂਟ ਨੇ ਵਿੱਚ ਵੜਿਆ ਸ਼ਰਾਰਤੀ ਅਨਸਰ ਪਹਿਲਾਂ ਤੋਂ ਵੱਧਦੇ ਰਹੇ ਆ। ਇਹ ਖੁਦ ਵਾੜਦੀ ਹੈ ਜੀ, ਸਰਕਾਰ ਖੁਦ ਵਾੜਦੀ ਹੈ। ਲੱਗੀ ਹੋਈ ਆ, ਉੱਥੇ ਕੋਈ ਸ਼ਰਾਰਤੀ ਅਨਸਰ ਵਿੱਚ ਨਹੀਂ ਬਣੂਗਾ। ਜਿਹੜਾ ਬਣਨਾ ਉਹ ਮਾਰਿਆ ਜਾਊਗਾ। ਉਹ ਆਪਣੀ ਬੱਚਿਆਂ ਦਾ ਆਪਣੇ ਘਰ ਦਾ ਖਿਆਲ ਰੱਖੇ। ਉੱਥੇ ਸ਼ਰਾਰਤੀ ਅਨਸਰ ਉਹਦੇ ਵਿੱਚ ਨਹੀਂ ਬਣੂਗਾ। ਮੇਰੇ ਭੈਣ ਜੀ ਕੁਝ ਕਹਿਣਾ ਚਾਹੁੰਦੇ ਇਹਨਾਂ ਨੂੰ? ਨਹੀਂ, ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ, ਦੇਖੋ ਜੀ ਮੈਂ ਕਿਸਾਨ ਦੀ ਧੀ ਆ, ਠੀਕ ਹੈ ਜੀ, ਮੈਂ ਵੀ ਕਿਸਾਨ ਆ। ਅਸੀਂ ਤਾਂ ਇਹੀ ਚਾਹੁੰਦੇ ਆ ਕਿ ਜਿਹੜੇ ਵੀ ਇਹਨਾਂ ਨੇ ਕਾਨੂੰਨ ਬਣਾਏ ਆ ਉਹਨਾਂ ਨੂੰ ਵਾਪਸ ਲਿਆ ਜਾਵੇ, ਨਹੀਂ ਤੇ ਸਾਡਾ ਸੰਘਰਸ਼ ਇਦਾਂ ਹੀ ਚੱਲਦਾ ਰਹੇਗਾ ਔਰ ਅਸੀਂ ਇਦਾਂ ਹੀ ਕਿਸਾਨਾਂ ਦੇ ਨਾਲ ਖੜੇ ਰਵਾਂਗੇ, ਮੁੰਡੇ ਦੇ ਨਾਲ ਮੁੰਡਾ ਲਾ ਕੇ। ਕੀ ਮੰਗ ਸਰਕਾਰ ਤੋਂ ਹੁਣ ਤੁਸੀਂ ਕਰਦੇ ਆ? ਫਗਵਾੜਾ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾ ਰਿਹਾ। ਅਸੀਂ ਇਹੀ ਮੰਗ ਕਰਦੇ ਆ ਜੀ, ਸਾਡੇ ਇੰਨੇ ਵੀਰ ਜਾ ਕੇ ਦਿੱਲੀ ਬੈਠੇ ਆ, ਉਹਨਾਂ ਦੇ ਨਾਲ ਧੱਕਾ ਹੋ ਰਿਹਾ। ਸਾਡੇ ਉੱਥੇ ਕਿਸਾਨ ਸ਼ਹੀਦ ਵੀ ਹੋ ਗਏ ਆ। ਉਹਨਾਂ ਦੇ ਪਰਿਵਾਰਾਂ ਨੂੰ, ਮੈਂ ਕਹਿੰਦੇ ਉਹਨਾਂ ਦੇ ਪਰਿਵਾਰਾਂ ਨੂੰ ਜੋ ਵੀ ਮੁਆਵਜ਼ਾ ਦਿੱਤਾ ਜਾਵੇ, ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਜੋ ਵੀ ਉਹਨਾਂ ਦਾ ਬਣਦਾ ਹੈ ਉਹਨਾਂ ਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ ਔਰ ਸਾਡੇ ਜਿੰਨੇ ਵੀ ਇਹ ਕਾਨੂੰਨ ਬਣਾ ਰਹੇ ਆ ਕਾਲੇ, ਉਹਨਾਂ ਨੂੰ ਵਾਪਸ ਕਰਨ। ਨਹੀਂ ਤੇ ਕਿਸਾਨ ਇਦਾਂ ਹੀ ਸੰਘਰਸ਼ ਕਰਦੇ ਰਹਿਣਗੇ। ਅੱਜ ਤਾਂ ਅਸੀਂ ਰੋਡਾਂ ਤੇ ਨਿਕਲੇ ਆ, ਕੱਲ ਨੂੰ ਅਸੀਂ ਮੋਦੀ ਦੀ ਕੋਠੀ ਦੇ ਅੱਗੇ ਜਾ ਕੇ ਇਹਦਾ ਸਿਆਪਾ ਕਰਾਂਗੇ। ਠੀਕ ਆ ਜੀ। ਇਹ ਸੀ ਮੇਰੇ ਨਾਲ ਜੋ ਭੈਣ ਜੀ ਦੇ ਵਿਚਾਰ ਔਰ ਸਰਕਾਰ ਦੇ। ਮੇਰਾ ਨਾਮ ਜੀ ਸ਼ਸ਼ੀ ਵਾਲਾ ਹੈ ਜੀ। ਠੀਕ ਆ ਜੀ। ਮੈਂ ਵੀ ਸੋਸ਼ਲ ਵਰਕਰ ਆ ਇੱਥੋਂ ਦਾ ਔਰ ਮੈਂ ਕਿਸਾਨਾਂ ਦੀ ਧੀ ਆ ਔਰ ਖੁਦ ਮੇਰੀ ਜ਼ਮੀਨ ਆ ਜੋ ਮੈਂ ਖੁਦ ਦੇਖ ਰੇਖ ਕਰਦੀ ਆ। ਠੀਕ ਆ ਜੀ। ਹਾਂਜੀ, ਤੁਹਾਡਾ ਧੰਨਵਾਦ ਇਹ ਜੀ। ਕਹਿਣਾ ਕਿ ਨਾ ਸਿਰਫ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ, ਬਲਕਿ MS ਸਵਾਮੀਨਾਥਨ ਦੀ ਰਿਪੋਰਟ ਵੀ ਲਾਗੂ ਕੀਤੀ ਜਾਵੇ। MS ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਹੀ MSP ਦਿੱਤੀ ਜਾਵੇ। MS ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਹੀ ਉਹ ਕਾਨੂੰਨ ਬਣਾਏ ਜਾਣ ਕਿ ਹਰ ਇੱਕ ਨੂੰ MSP ਮਿਲੇ। ਠੀਕ ਆ ਜੀ। ਇਹ ਬਹੁਤ ਜ਼ਰੂਰੀ ਹੈ ਕਿਉਂਕਿ MS ਸਵਾਮੀਨਾਥਨ ਦੀ ਰਿਪੋਰਟ ਪਿਛਲੇ 14 ਸਾਲ ਤੋਂ ਲਟਕਦੀ ਹੈ। ਉਹਨਾਂ ਨੇ ਕਿਹਾ ਸੀਗਾ ਕਿ ਜੋ ਕਿਸਾਨਾਂ ਦੀ ਲਾਗਤ ਹੈ ਉਹ ਤੋਂ ਉਹਨਾਂ ਨੂੰ ਡੇਢੀ ਮਿਲਣੀ ਚਾਹੀਦੀ ਹੈ MSP, ਜੋ ਹਾਲੇ ਤੱਕ ਲਾਗੂ ਨਹੀਂ ਹੋਈ। ਕੋਈ ਵੀ MSP ਜਿਹੜੀ ਡਿਕਲੇਅਰ ਹੁੰਦੀ ਹੈ ਕਿਸਾਨਾਂ ਦੀ ਲਾਗਤ ਤੋਂ ਡੇਢੀ ਨਹੀਂ ਡਿਕਲੇਅਰ ਹੁੰਦੀ। ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਸੀਗਾ ਨਾ ਸਿਰਫ ਅਸੀਂ ਬੀਜ ਦਾ ਖਰਚਾ ਗਿਣਨਾ ਜਾਂ ਨਾ ਸਿਰਫ ਫਰਟੀਲਾਈਜ਼ਰ ਦਾ ਖਰਚਾ ਗਿਣਨਾ, ਬਾਕੀ ਸਰਕਾਰ ਦੇ ਨਾਲ ਜਿਹੜੇ ਕਿਸਾਨ ਸੰਘਰਸ਼ ਕਰਦੇ ਨਾ ਉਹਨਾਂ ਨੇ ਜਿਹੜੀ ਮਿਹਨਤ ਹੈ ਔਰ ਉਹਨਾਂ ਦੀ ਮਿਹਨਤਾਨਾ ਵੀ ਉਸ ਕਾਸਟ ਇੰਕਲੂਡ ਹੋਣਾ ਚਾਹੀਦਾ ਆ। ਨਾ ਸਿਰਫ ਮਿਹਨਤਾਨਾ ਇੰਕਲੂਡ ਹੋਣਾ ਚਾਹੀਦਾ ਬਲਕਿ ਉਹਨਾਂ ਦੀ ਜਿਹੜੀ ਜ਼ਮੀਨਾਂ ਨੂੰ ਹਾਲਾ ਦੇਣਾ ਪੈਂਦਾ, ਕਿਰਾਇਆ ਦੇਣਾ ਪੈਂਦਾ, ਉਹਨਾਂ ਨੂੰ ਜਿਹੜਾ ਲੋਨ ਦੇ ਉੱਤੇ ਇੰਟਰਸਟ ਦੇਣਾ ਪੈਂਦਾ ਉਹ ਵੀ ਸ਼ਾਮਿਲ ਹੋਏ। ਉਸ ਤੋਂ ਬਾਅਦ ਜਿਹੜੀ ਕਾਸਟ ਆਉਂਦੀ ਆ ਉਹ ਤੋਂ ਡੇਢੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ MSP ਦੇ ਤੌਰ ਤੇ, ਜਿਹੜੀ ਅੱਜ ਤੱਕ ਕਦੀ ਨਹੀਂ ਉਹਨਾਂ ਨੂੰ ਮਿਲੀ। ਉਹ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਉਹਨਾਂ ਦੇ ਮੁਤਾਬਿਕ ਕਾਨੂੰਨ ਬਣਨਾ ਚਾਹੀਦਾ ਹੈ ਕਿ ਇਹ ਕਾਨੂੰਨ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਕਿ MSP ਮਿਲੇ MS ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਿਕ। ਉਸ ਤੋਂ ਇਲਾਵਾ MS ਸਵਾਮੀਨਾਥਨ ਰਿਪੋਰਟ ਦੀਆਂ ਜਿਹੜੀਆਂ ਹੋਰ ਸਿਫਾਰਿਸ਼ਾਂ ਆ ਉਹਨਾਂ ਨੂੰ ਵੀ ਮੰਨਣਾ ਚਾਹੀਦਾ ਹਨ, ਜਿਸ 'ਚ ਲਿਖਿਆ ਗਿਆ ਸੀਗਾ ਕਿ ਸੋਇਲ ਫਰਟੀਲਿਟੀ ਦੇ ਜਾਂਚ ਵਾਸਤੇ ਗਵਰਨਮੈਂਟ ਲੈਬਾਂ ਬਣਾਏਗੀ ਪੂਰੇ ਹਿੰਦੁਸਤਾਨ ਦੇ ਵਿੱਚ, ਜਿਹੜੀਆਂ ਅੱਜ ਤੱਕ ਨਹੀਂ ਬਣੀਆਂ। ਔਰ ਉਹਨਾਂ ਦੀ ਸਿਫਾਰਿਸ਼ ਸੀਗੀ ਕਿ ਗਵਰਨਮੈਂਟ ਕੋਲ ਜਿੰਨਾ ਵੀ ਸਰਪਲਸ ਲੈਂਡ ਪਿਆ ਆ ਉਹ ਭੂਮੀਹੀਨ ਕਿਸਾਨਾਂ ਦੇ ਵਿੱਚ ਵੰਡਿਆ ਜਾਵੇ, ਜਿਹੜਾ ਅੱਜ ਤੱਕ ਨਹੀਂ ਵੰਡਿਆ ਗਿਆ। ਔਰ ਉਹਨਾਂ ਦੀ ਸਿਫਾਰਿਸ਼ ਸੀਗੀ ਕਿ ਇਹਦੇ ਵਿੱਚ ਜਿਹੜਾ ਵੀ ਕਿਸਾਨਾਂ ਦੇ ਹੱਕ ਬੰਦੇ ਆ ਉਹਨਾਂ ਨੂੰ ਦਿੱਤੇ ਜਾਣ, ਜਿਹਦੇ ਵਿੱਚ ਮੇਨ ਗੱਲ ਉਹਨਾਂ ਨੇ ਇਹ ਕਹੀ ਸੀ ਵੀ ਜਿਹੜਾ ਕਿਸਾਨਾਂ ਨੂੰ ਲੋਨ ਮਿਲਦਾ ਆ ਉਹਨਾਂ ਦਾ ਜਿਹੜਾ ਲੋਨ ਤੇ ਇੰਟਰਸਟ ਹੋਊਗਾ, ਜਿਹੜਾ ਆਮ ਲੋਕਾਂ ਨੂੰ ਇੰਟਰਸਟ ਹੈਗਾ ਆ ਉਹ ਤੋਂ 4% ਘੱਟ ਹੋਣਾ ਚਾਹੀਦਾ। ਜਿੱਦਾਂ ਆਮ ਜਨਤਾ ਨੂੰ ਜੇ 12% ਇੰਟਰਸਟ ਤੇ ਲੋਨ ਮਿਲਦਾ ਹੈ ਤਾਂ ਕਿਸਾਨਾਂ ਨੂੰ 8% ਤੇ ਮਿਲਣਾ ਚਾਹੀਦਾ, 4% ਘੱਟ ਤੇ। ਸਰਕਾਰ ਮੰਗਾਂ ਨਹੀਂ ਮੰਨਦੀ ਉਸ ਤੋਂ ਬਾਅਦ ਕੀ ਕੀਤਾ ਜਾਵੇ? ਜੇ ਕਿਸਾਨ ਇਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਫਿਰ ਪੂਰਾ ਦਾ ਪੂਰਾ ਹਿੰਦੁਸਤਾਨ ਉਹਨਾਂ ਦੇ ਨਾਲ ਖੜਾ ਹੈ ਜੀ। ਜਦੋਂ ਜਨ ਸਮੂਹ ਨਾਲ ਹੁੰਦਾ ਹੈ ਤੇ ਇੱਕ ਕ੍ਰਾਂਤੀ ਆਉਂਦੀ ਹੈ, ਇੱਕ ਰੈਵੋਲੂਸ਼ਨ ਆਉਂਦੀ ਹੈ। ਉਸ ਕ੍ਰਾਂਤੀ ਲਈ ਮੋਦੀ ਸਰਕਾਰ ਨੂੰ, ਸੈਂਟਰ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਇਹਦੇ 'ਚ ਪੂਰੇ ਹਿੰਦੁਸਤਾਨ ਦੀ ਜਨਤਾ ਦਾ ਹੱਕ ਛੁਪਿਆ ਹੈ। ਕਿਉਂਕਿ ਕਿਸਾਨ 70% ਹੈ ਜਨਤਾ ਜੀ ਹਿੰਦੁਸਤਾਨ ਦੀ, ਔਰ ਬਾਕੀ ਦੀ 30% ਜਨਤਾ ਵੀ ਉਹਨਾਂ ਦੇ ਉੱਤੇ ਹੀ ਨਿਰਭਰ ਹੈ। ਸਾਰੇ ਦਰਸ਼ਕਾਂ ਨੂੰ ਪ੍ਰਾਈਮ ਟਾਈਮ ਟੀਵੀ ਦੇਖ ਲੈ, ਕਾਫੀ ਐਸੇ ਫਗਵਾੜਾ ਦਾ ਤੁਹਾਨੂੰ ਕੈਂਡਲ ਮਾਰਚ ਦਿਖਾ ਰਹੇ ਹਾਂ ਇਸ ਟਾਈਮ। ਔਰ ਇਸ ਕਾਲੇ ਕਾਨੂੰਨ ਦੀ ਸਰਕਾਰ ਦੇ ਵਿਰੁੱਧ ਉਹ ਪੂਰਾ ਕਿਸਾਨਾਂ ਦਾ ਚੁਕੰਨਾ ਵਾਂਗ ਖੜਾ ਆ। ਹਰ ਪਾਰਟੀ ਨੂੰ ਚਾਹੇ ਉਹ ਸਮਰਥਨ ਕਰ ਰਿਹਾ, ਲੇਕਿਨ ਕਿਸਾਨਾਂ ਦੇ ਹੱਕਾਂ ਲਈ ਉਹ ਸੰਘਰਸ਼ ਕਰ ਰਿਹਾ। ਅੱਜ ਮੋਦੀ ਸਰਕਾਰ ਨੂੰ ਇਹ ਚਾਹੀਦਾ, ਦੇਸ਼ ਦਾ ਅੰਨਦਾਤਾ ਜਿਹੜਾ ਅੱਜ ਪੋਹ ਦੀਆਂ ਰਾਤਾਂ ਤੇ ਸਾਡੇ ਛੋਟੇ ਛੋਟੇ ਬੱਚੇ ਜਦੋਂ ਇਹਨਾਂ ਨੇ ਉਸ ਜ਼ਾਲਮਾਂ ਨੇ ਉਸ ਨੀਹਾਂ ਦੇ ਵਿੱਚ ਨਾ ਦਿੱਤੇ ਸੀ, ਅੱਜ ਸਾਡਾ ਛੋਟਾ ਬੱਚਾ, ਸਾਡਾ ਅੱਜ ਦੇਸ਼ ਦਾ ਭਵਿੱਖ ਸੜਕਾਂ ਤੇ ਬੈਠ ਕੇ ਰੁੜ ਰਿਹਾ। ਅੱਜ ਬੱਚੇ ਆ ਸੜਕਾਂ ਤੇ ਆ, ਪਰ ਇਸ ਸਰਕਾਰ ਨੂੰ ਕੋਈ ਸ਼ਰਮ ਨਹੀਂ। ਇਸ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਆ ਔਰ ਸਾਡੀ ਇਸ ਕੇਂਦਰ ਸਰਕਾਰ ਨੂੰ ਚੇਤਾਵਨੀ ਵੀ ਆ, ਜਲਦੀ ਤੋਂ ਜਲਦੀ ਇਹ ਕਾਲੇ ਕਾਨੂੰਨ ਰੱਦ ਕਰੇ, ਨਹੀਂ ਤਾਂ ਇਸ ਅਗਲੇ ਸੰਘਰਸ਼ ਦੀ ਸਾਰੀ ਜ਼ਿੰਮੇਵਾਰੀ ਇਸ ਸਰਕਾਰ ਦੇ ਵਿਰੁੱਧ ਹੋਵੇਗੀ। ਸਰ ਤੁਸੀਂ ਜਿਸ ਤਰ੍ਹਾਂ ਮੈਂ ਰਕੇਸ਼ ਮੰਗਾ ਮੰਡੀ ਰੋਡ ਪ੍ਰੈਜ਼ੀਡੈਂਟ ਇੱਕ ਗੱਲ ਕਹੂੰਗਾ, ਮਾਂ-ਬਾਪ ਬੱਚੇ ਨੂੰ ਜੰਮਦਾ ਵਾ, ਹਮੇਸ਼ਾ ਮਾਂ-ਬਾਪ ਹੀ ਕਹਿੰਦਾ ਕਿ ਬੱਚੇ ਨੂੰ ਵੱਡਾ ਕਰੀਏ। ਸਾਡੇ ਦੇਸ਼ ਨੂੰ ਚਲਾਉਣ ਵਾਲਾ, ਜੰਮਣ ਵਾਲਾ ਕਿਸਾਨ ਤੇ ਜਵਾਨ ਆ।
ਜੇ ਅਸੀਂ ਕਿਸਾਨ ਤੇ ਜਵਾਨ ਦਾ ਸਾਥ ਨਹੀਂ ਦੇਵਾਂਗੇ ਤੇ ਕਿੱਦਾਂ ਦੇਵਾਂਗੇ। ਮੋਦੀ ਸਰਕਾਰ ਨੇ ਸਾਡੇ ਕਿਸਾਨ ਨਾਲ ਗਲਤ ਕੀਤਾ ਵਾ। ਅਸੀਂ ਮੋਦੀ ਸਰਕਾਰ ਦਾ ਗਲਤ ਕੰਮਾਂ ਦੇ ਨਾਲ ਨਹੀਂ ਹੈਗੇ। ਅਸੀਂ ਕਹਿੰਦੇ ਆਪਣੇ ਬਿੱਲ ਵਾਪਸ ਲੈਣ ਔਰ ਆਪਣੀ ਕਾਲਾ ਕਾਨੂੰਨ ਨੂੰ ਬੰਦ ਕਰਨ। ਬੋਲੇ ਸੋਨੇਹਾ, ਸਤਿ ਸ੍ਰੀ ਅਕਾਲ। ਕਾਫਲੇ ਤੂਫਾਨਾਂ ਵਾਂਗ ਚੜੇ ਆਉਂਦੇ ਨੇ, ਅੱਕੇ ਹੋਏ ਰੋ ਨਾਲ ਭਰੇ ਆਉਂਦੇ ਨੇ। ਕਾਫਲੇ ਤੂਫਾਨਾਂ ਵਾਂਗ ਚੜੇ ਆਉਂਦੇ ਨੇ, ਅੱਕੇ ਹੋਏ ਰੋ ਨਾਲ ਭਰੇ ਆਉਂਦੇ ਨੇ। ਮਹਿਲਾ ਵਿੱਚ ਨਿਕਲ ਕੇ ਤੱਕ ਦਿੱਲੀਏ, ਮਹਿਲਾ ਵਿੱਚ ਨਿਕਲ ਕੇ ਤੱਕ ਦਿੱਲੀਏ। ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ, ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ, ਹੁਣ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ। ਸਬਰਾਂ ਨੂੰ ਪੱਲਿਆਂ 'ਚ ਬੰਨ ਨਿਕਲੇ, 6-6 ਮਹੀਨਿਆਂ ਦਾ ਲੈ ਕੇ ਅੰਨ ਨਿਕਲੇ। ਸਬਰਾਂ ਨੂੰ ਪੱਲਿਆਂ 'ਚ ਬੰਨ ਨਿਕਲੇ, 6-6 ਮਹੀਨਿਆਂ ਦਾ ਲੈ ਕੇ ਅੰਨ ਨਿਕਲੇ। ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀਏ, ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀਏ। ਸਰਕਾਰ ਵੱਲੋਂ ਕਾਨੂੰਨ ਕੀਤਾ ਗਿਆ ਸੀਗਾ ਪਾਸ, ਉਹਨਾਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰਕੇ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ। ਮੋਦੀ ਹੋਸ਼ ਮੇ ਆਓ, ਹੋਸ਼ ਮੇ ਆਓ, ਹੋਸ਼ ਮੇ ਆਓ, ਮੋਦੀ ਹੋਸ਼ ਮੇ ਆਓ, ਹੋਸ਼ ਮੇ ਆਓ, ਹੋਸ਼ ਮੇ ਆਓ। ਸ਼ਰਮ ਕਰੋ, ਸ਼ਰਮ ਕਰੋ, ਸ਼ਰਮ ਕਰੋ, ਸ਼ਰਮ ਕਰੋ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਫਗਵਾੜਾ ਸ਼ਹਿਰ ਇਕਜੁੱਟ ਹੋ ਗਿਆ। ਯੂਨੀਅਨ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਪੰਜਾਬੀ ਏਕਤਾ ਜਿੰਦਾਬਾਦ, ਪੰਜਾਬੀ ਏਕਤਾ ਜਿੰਦਾਬਾਦ, ਪੰਜਾਬੀ ਏਕਤਾ ਜਿੰਦਾਬਾਦ, ਪੰਜਾਬੀ ਏਕਤਾ ਜਿੰਦਾਬਾਦ, ਪੰਜਾਬੀ ਏਕਤਾ ਜਿੰਦਾਬਾਦ। ਜੈ ਕਿਸਾਨ, ਜੈ ਜਵਾਨ, ਜੈ ਕਿਸਾਨ। ਦੇਖ ਰਹੇ ਹੋ ਲਾਈਵ ਕੇਂਦਰ ਸਰਕਾਰ ਸ਼ਰਮ ਕਰੋ। ਕੇਂਦਰ ਸਰਕਾਰ, ਕੇਂਦਰ ਸਰਕਾਰ ਜਿੰਦਾਬਾਦ, ਕੇਂਦਰ ਸਰਕਾਰ, ਕੇਂਦਰ ਸਰਕਾਰ, ਕੇਂਦਰ ਸਰਕਾਰ, ਬੰਦ ਕਰੋ। ਕੇਂਦਰ ਸਰਕਾਰ। ਜੀ ਮੈਂ ਹਾਂ ਜਨਤੋੜਾ ਤੇ ਤੁਸੀਂ ਦੇਖ ਰਹੇ ਹੋ ਫਗਵਾੜਾ ਪ੍ਰਾਈਮ ਟਾਈਮ ਟੀਵੀ। ਜਿੱਦਾਂ ਕਿ ਅੱਜ ਫਗਵਾੜੇ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਵੱਖ-ਵੱਖ ਜਥੇਬੰਦੀਆਂ ਵੱਲੋਂ, ਤੇ ਉਹਦੇ ਆਪਾਂ ਵਿਚਾਰ ਜਾਣਨ ਲਈ ਉਸ ਕਿਸ ਮਹੱਤਵ ਲਈ ਕੱਢਿਆ ਗਿਆ ਹੈ, ਉਸ ਵਿਚਾਰ ਜਾਣਨ ਲਈ ਆਪਾਂ ਮਨੂ ਅਰੋੜਾ ਜੀ ਨਾਲ ਜੁੜ ਚੁੱਕੇ ਹਾਂ। ਆਓ ਗੱਲ ਕਰਦੇ ਹਾਂ ਮਨੂ ਅਰੋੜਾ ਜੀ ਨਾਲ। ਹਾਂਜੀ ਮਨੂ ਅਰੋੜਾ ਜੀ ਦੱਸੋ। ਨਮਸਕਾਰ ਸਾਰੇ ਟਾਈਮ ਟੀਵੀ ਦੇ ਦਰਸ਼ਕਾਂ ਨੂੰ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਕੈਂਡਲ ਮਾਰਚ ਕੱਢਿਆ ਗਿਆ ਫਗਵਾੜਾ ਸ਼ਹਿਰ ਦੇ ਵਿੱਚ। ਅਲੱਗ-ਅਲੱਗ ਜਥੇਬੰਦੀਆਂ ਇੱਥੇ ਸ਼ਹਿਰ ਦੀਆਂ ਇਕੱਠੀਆਂ ਹੋਈਆਂ। ਇਹ 'ਚ ਕੋਈ ਵੀ ਪੋਲੀਟੀਕਲ ਆਰਗੇਨਾਈਜੇਸ਼ਨ ਨਹੀਂ ਸੀ, ਸਾਰੇ ਸਿਟੀਜ਼ਨ ਸੀਗੇ ਇਸ ਸ਼ਹਿਰਾਂ ਦੇ। ਅਲੱਗ-ਅਲੱਗ ਜਥੇਬੰਦੀਆਂ ਜ਼ਰੂਰ ਸੀ ਬਟ ਕਿਸੇ ਦਾ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਾਲ ਕੋਈ ਵੀ ਤਰਕ ਨਹੀਂ ਸੀ। ਔਰ ਇਸ ਦਾ ਸਿਰਫ ਇੰਨਾ ਹੀ ਮਕਸਦ ਸੀਗਾ ਕਿ ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਜਾਂ ਕਿਸਾਨਾਂ ਦੀ ਜਿਹੜੀ ਕ੍ਰਾਂਤੀ ਹੈ ਦੇਸ਼ ਦੇ ਵਿੱਚ ਚੱਲ ਰਹੀ ਹੈ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਉਹਨਾਂ ਨਾਲ ਇਸ ਲਈ ਖੜੇ ਹਾਂ ਕਿਉਂਕਿ ਕਿਸਾਨ ਸੱਚੇ ਨੇ, ਕਿਸਾਨ ਸਾਡੇ ਅੰਨਦਾਤਾ ਨੇ ਔਰ ਉਹ ਇੱਕ ਸੱਚਾਈ ਦੇ ਪੈਮਾਨੇ ਤੇ ਖੜੇ ਨੇ, ਇੱਕ ਸੱਚਾਈ ਦੇ ਧੜਕਲ ਤੇ ਖੜੇ ਨੇ। ਔਰ ਉਹਨਾਂ ਦਾ ਸੰਘਰਸ਼ ਇੱਕ ਬੜਾ ਪਾਕ ਸੰਘਰਸ਼ ਹੈ। ਉਹਨਾਂ ਦੀ ਜਿਹੜੀ ਇੱਕ ਰੈਵੋਲੂਸ਼ਨ ਹੈ, ਜਿਹੜੀ ਉਹ ਇੱਕ ਕ੍ਰਾਂਤੀ ਕਰ ਰਹੇ ਹਨ, ਉਹ ਇੱਕ ਸਹੀ ਦਿਸ਼ਾ ਦੇ ਵਿੱਚ ਹੈ ਔਰ ਸਹੀ ਨੀਂਵ ਦੇ ਉੱਤੇ ਆਧਾਰਿਤ ਹੈ। ਇਸ ਲਈ ਅਸੀਂ ਉਹਨਾਂ ਦੇ ਨਾਲ ਆ ਔਰ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ ਔਰ ਇਸ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ ਜਿਹੜੇ ਮੋਦੀ ਸਰਕਾਰ ਨੇ, ਸੈਂਟਰ ਦੀ ਸਰਕਾਰ ਨੇ ਲਾਗੂ ਕੀਤੇ ਹਨ, ਫਾਰਮ ਲਾਜ਼, ਜਿਸ 'ਚ ਕਿਸਾਨਾਂ ਦੀ ਸਲਾਹ ਤੋਂ ਬਿਨਾਂ ਇਹਨਾਂ ਨੂੰ ਬਣਾਇਆ ਗਿਆ ਔਰ ਲਾਗੂ ਵੀ ਕੀਤਾ ਗਿਆ। ਕਿਸਾਨ ਇਹਦਾ ਵਿਰੋਧ ਕਰਦੇ ਹਨ ਔਰ ਕਹਿੰਦੇ ਹਨ ਕਿ ਇਹਨਾਂ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਔਰ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਕਿ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਇਹ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਔਰ ਉਸ ਦੇ ਇਲਾਵਾ ਕਿਸਾਨ ਇਹ ਚਾਹੁੰਦੇ ਹਨ ਕਿ MS ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਅਸੀਂ ਉਸ ਚੀਜ਼ 'ਚ ਵੀ ਕਿਸਾਨਾਂ ਦੇ ਨਾਲ ਖੜੇ ਹਾਂ ਕਿ MS ਸਵਾਮੀਨਾਥਨ ਦੀ ਜਿਹੜੀ ਰਿਪੋਰਟ ਹੈ ਉਹ ਲਾਗੂ ਕਰਨੀ ਚਾਹੀਦੀ ਹੈ। ਹੁਣ ਬਹੁਤ ਸਾਰੇ ਲੋਕ ਜਾਣਨਾ ਚਾਹਣਗੇ ਕਿ MS ਸਵਾਮੀਨਾਥਨ ਜੀ ਕੌਣ ਹਨ ਔਰ ਉਹਨਾਂ ਦੀ ਕੀ ਆਈਡੀਓਲੋਜੀ ਹੈ ਔਰ ਉਹਨਾਂ ਦੀ ਕੀ ਵਿਚਾਰ ਸੀਗੇ ਜਾਂ ਕੀ ਉਹਨਾਂ ਦੀ ਰਿਪੋਰਟ ਸੀ ਜਿਹਦੇ ਉੱਤੇ ਕਿਸਾਨ ਚਾਹੁੰਦੇ ਹਨ ਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਉਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਸਵਾਮੀਨਾਥਨ ਜੀ ਚਾਹੁੰਦੇ ਸੀ ਕਿ ਕਿਸਾਨਾਂ ਦਾ ਉਠਾਨ ਹੋਵੇ, ਕਿ ਉਹਨਾਂ ਦਾ ਜਿਹੜਾ
ਕਿ ਇਨਕਮ ਲੈਵਲ ਵਧੇ, ਠੀਕ ਹੈ ਜੀ, ਔਰ ਉਹਨਾਂ ਦਾ ਸਟੇਟਸ ਦੇ ਵਿੱਚ ਰਾਈਜ਼ ਹੋਣ। ਉਹਦੇ ਲਈ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਸੰਨ 2006 ਦੇ ਵਿੱਚ। ਉਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਪਹਿਲੇ ਤਾਂ ਇਹ ਦੱਸਣਾ ਚਾਹੂੰਗਾ ਕਿ MS ਸਵਾਮੀਨਾਥਨ ਜੀ ਹੈ ਕੌਣ ਸੀਗੇ, ਜਿਹੜੇ ਉਹ ਨੈਸ਼ਨਲ ਕਮਿਸ਼ਨ ਫॉर ਫਾਰਮਰਸ ਦੇ ਹੈਡ ਸੀ, MS ਸਵਾਮੀਨਾਥਨ ਕਮੇਟੀ ਦੇ ਹੈਡ ਸੀਗੇ। MS ਸਵਾਮੀਨਾਥਨ ਜੀ 1925 ਦੇ ਵਿੱਚ ਪੈਦਾ ਹੋਏ ਸੀਗੇ, ਇੱਕ ਸਾਇੰਟਿਸਟ ਸੀਗੇ ਔਰ ਤਾਮਿਲਨਾਡੂ ਦੇ ਇੱਕ ਗਾਉਂ ਦੇ ਵਿੱਚ ਪੈਦਾ ਹੋਏ ਸੀਗੇ। ਔਰ ਜਿਹੜੀ 1966 ਦੇ ਵਿੱਚ ਗ੍ਰੀਨ ਰੈਵੋਲੂਸ਼ਨ ਆਈ ਸੀ, ਹਰਿਤ ਕ੍ਰਾਂਤੀ ਆਈ ਸੀ, ਔਰ ਉਹਨਾਂ ਨੂੰ ਉਹਦਾ ਉਸ ਕ੍ਰਾਂਤੀ ਦਾ ਜਨਨਾਇਕ ਕਿਹਾ ਜਾਂਦਾ ਹੈ MS ਸਵਾਮੀਨਾਥਨ ਜੀ ਨੂੰ। ਉਹ ਕਿਸ ਲਈ ਕਿਹਾ ਜਾਂਦਾ ਉਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਪਹਿਲੇ ਗੇਹੂੰ ਦਾ ਜਿਹੜਾ ਬੀਜ ਸੀਗਾ, ਉਹ ਪੰਜਾਬ ਦਾ ਗੇਹੂੰ ਦਾ ਬੀਜ ਸੀਗਾ, ਉਹਦੀ ਇੰਨੀ ਪ੍ਰੋਡਕਟਿਵਿਟੀ ਨਹੀਂ ਸੀਗੀ 1966 ਤੋਂ ਪਹਿਲਾਂ। ਸਵਾਮੀਨਾਥਨ ਜੀ ਨੇ ਕੀ ਕੀਤਾ ਕਿ ਮੈਕਸੀਕੋ ਤੋਂ ਇੱਕ ਬੀਜ ਲਿਆਂਦਾ ਜਿਹਦੀ ਇੱਕ ਅੱਛੀ ਉਪਜ ਸੀਗੀ, ਔਰ ਇੱਕ ਪੰਜਾਬ ਦਾ ਬੀਜ ਲਿੱਤਾ, ਉਹਨਾਂ ਨੂੰ ਮਿਲਾ ਕੇ ਉਹਨਾਂ ਨੇ ਇੱਕ ਹਾਈਬ੍ਰਿਡ ਬੀਜ ਤਿਆਰ ਕੀਤਾ। ਔਰ ਹਾਈਬ੍ਰਿਡ ਬੀਜ ਜਿਹੜਾ ਉਹਨਾਂ ਨੇ ਤਿਆਰ ਕੀਤਾ, ਉਹਦੇ ਵਜ੍ਹਾ ਨਾਲ ਹਰਿਤ ਕ੍ਰਾਂਤੀ ਆਈ ਸੀਗੀ ਪੰਜਾਬ ਦੇ ਵਿੱਚ ਔਰ ਹਰਿਆਣਾ ਦੇ ਵਿੱਚ, ਜਿਹਦੀ ਵਜ੍ਹਾ ਨਾਲ ਗੇਹੂੰ ਦੀ ਫਸਲ ਕਈ ਗੁਣਾ ਜ਼ਿਆਦਾ ਵੱਧ ਗਈ ਸੀਗੀ। ਉਸ ਤੋਂ ਬਾਅਦ ਜਿਹੜੀ ਸੈਂਟਰ ਗਵਰਨਮੈਂਟ ਸੀ ਉਸ ਸਮੇਂ ਦੀ, ਉਹਨਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਸੀ 1968 ਦੇ ਵਿੱਚ। ਉਹਨਾਂ ਨੂੰ ਪਦਮ ਵਿਭੂਸ਼ਣ ਦਿੱਤਾ ਗਿਆ, ਉਹਨਾਂ ਨੂੰ ਪਦਮ ਭੂਸ਼ਣ ਦਿੱਤਾ ਗਿਆ, ਉਹਨਾਂ ਨੂੰ ਪਦਮ ਸ਼੍ਰੀ ਦਿੱਤਾ ਗਿਆ, ਮਤਲਬ ਬਹੁਤ ਸਾਰੇ ਜਿਹੜੇ ਅਵਾਰਡਸ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਫਿਰ ਇੱਕ ਕਮਿਸ਼ਨ ਬਣਾਇਆ ਗਿਆ ਕਿਸਾਨਾਂ ਦਾ ਉਠਾਨ ਕਰਨ ਲਈ, ਜਾਂ ਕਿਸਾਨਾਂ ਦਾ ਜਿਹੜਾ ਸਟੇਟਸ ਵਧਾਉਣ ਲਈ, ਜਾਂ ਕਹਿ ਲਓ ਕਿ ਕਿਸਾਨਾਂ ਦਾ ਇਨਕਮ ਲੈਵਲ ਵਧਾਉਣ ਲਈ ਔਰ ਉਹਨਾਂ ਦਾ ਇੱਕ ਸਟੇਟਸ ਵਧਾਉਣ ਲਈ ਆਪਣੇ ਕੰਟਰੀ ਦੇ ਵਿੱਚ। ਉਸ ਕਮਿਸ਼ਨ ਦਾ ਨਾਮ ਰੱਖਿਆ ਗਿਆ ਨੈਸ਼ਨਲ ਕਮਿਸ਼ਨ ਫॉर ਫਾਰਮਰਸ ਜਾਂ ਨੈਸ਼ਨਲ ਕਮਿਸ਼ਨ ਔਨ ਫਾਰਮਰਸ। ਤਾਂ ਉਹ ਕਮਿਸ਼ਨ ਨੂੰ ਬਾਅਦ ਦੇ ਵਿੱਚ ਸਵਾਮੀਨਾਥਨ ਕਮੇਟੀ ਦੇ ਨਾਮ ਦੇ ਨਾਲ ਜਾਣਿਆ ਗਿਆ, ਕਿਉਂਕਿ MS ਸਵਾਮੀਨਾਥਨ ਜੀ ਉਸ ਕਮੇਟੀ ਦੇ ਹੈਡ ਸੀਗੇ, ਉਸ ਕਮਿਸ਼ਨ ਦੇ ਹੈਡ ਸੀਗੇ। ਤਾਂ ਉਸ ਕਮਿਸ਼ਨ ਨੇ ਕਾਫੀ ਸਟੱਡੀ ਕੀਤੀ। ਕਾਫੀ ਸਟੱਡੀ ਕਰਨ ਤੋਂ ਬਾਅਦ ਇੱਕ ਰਿਪੋਰਟ ਦਿੱਤੀ, ਜਿਸ ਰਿਪੋਰਟ ਦੇ ਵਿੱਚ ਉਹਨਾਂ ਨੇ 6 ਬਿੰਦੂਆਂ ਦੇ ਉੱਤੇ ਮੇਨ ਕਿਹਾ। ਉਹ 'ਚ ਸਭ ਤੋਂ ਪਹਿਲਾ ਬਿੰਦੂ ਸੀਗਾ ਲੈਂਡ ਰਿਫਾਰਮਸ। ਉਹਨਾਂ ਦਾ ਕਹਿਣਾ ਸੀ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਲੈਂਡ ਰਿਫਾਰਮਸ ਹੋਣੇ ਚਾਹੀਦੇ ਹਨ। ਲੈਂਡ ਰਿਫਾਰਮਸ ਦੇ ਵਿੱਚ ਉਹਨਾਂ ਦਾ ਕਹਿਣਾ ਸੀਗਾ ਕਿ ਜਿੰਨਾ ਵੀ ਹਿੰਦੁਸਤਾਨ ਦੇ ਵਿੱਚ ਪਿੰਡਾਂ ਦੇ ਵਿੱਚ ਸਰਪਲਸ ਲੈਂਡ ਅਵੇਲੇਬਲ ਹੈਗਾ ਆ, ਉਹ ਸਰਪਲਸ ਲੈਂਡ ਕਿਸਾਨਾਂ ਦੇ ਵਿੱਚ ਵੰਡ ਦਿੱਤਾ ਜਾਣਾ ਚਾਹੀਦਾ, ਔਰ ਉਸ ਕਿਸਾਨਾਂ ਦੇ ਵਿੱਚ ਵੰਡਿਆ ਜਾਣਾ ਚਾਹੀਦਾ ਆ ਕਿ ਜਿਨ੍ਹਾਂ ਕੋਲ ਆਲਰੇਡੀ ਲੈਂਡ ਨਹੀਂ ਹੈਗਾ। ਫਾਰਮਰਸ ਹਨ, ਕਿਸਾਨ ਹਨ, ਪਰ ਉਹਨਾਂ ਕੋਲ ਲੈਂਡ ਨਹੀਂ ਹੈਗਾ, ਉਹਨਾਂ ਕਿਸਾਨਾਂ ਦੇ ਵਿੱਚ ਉਹ ਸਰਪਲਸ ਲੈਂਡ ਨੂੰ ਵੰਡ ਕਰ ਦਿੱਤੀ ਜਾਣੀ ਹੈ, ਤਾਂ ਕਿ ਉਹਨਾਂ ਦਾ ਇਨਕਮ ਲੈਵਲ ਰੇਜ਼ ਹੋ ਸਕੇ, ਉਹਨਾਂ ਦਾ ਸਟੇਟਸ ਲੈਵਲ ਹੋ ਸਕੇ, ਸੁਸਾਇਟੀ ਦੇ ਵਿੱਚ ਉਹਨਾਂ ਦਾ ਇੱਕ ਰੁਤਬਾ ਬਣ ਸਕੇ। ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਟ੍ਰਾਈਬਲ ਲੈਂਡ ਹੈਗਾ ਆ, ਫੋਰੈਸਟ ਏਰੀਆਜ਼ ਹੈਗਾ ਆ, ਜਿਹੜਾ ਕਿ ਪੁਰਾਣੇ ਸਮੇਂ ਦੇ ਵਿੱਚ ਉਹਨਾਂ ਦੇ ਕੋਲ ਹੁੰਦਾ ਸੀ, ਟ੍ਰਾਈਬਲ ਏਰੀਆ ਕੋਲ ਹੁੰਦਾ ਸੀ ਉਹਦਾ ਫੋਰੈਸਟ ਲੈਂਡ। ਫਿਰ ਬ੍ਰਿਟਿਸ਼ਰਸ ਨੇ ਇੰਡੀਆ ਤੇ ਕਬਜ਼ਾ ਕੀਤਾ, ਉਹਨਾਂ ਨੇ ਉਸ ਲੈਂਡ ਤੇ ਵੀ ਕਬਜ਼ਾ ਕਰ ਲਿਆ, ਟ੍ਰਾਈਬਲਸ ਨੂੰ ਉਸ ਲੈਂਡ ਤੋਂ ਬੇਦਖਲ ਕਰਤਾ। ਔਰ ਬਾਅਦ 'ਚ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ, ਉਦੋਂ ਉੱਤੇ ਸਰਕਾਰ ਨੇ ਕਬਜ਼ਾ ਕਰ ਲਿਆ ਬਜਾਏ ਟ੍ਰਾਈਬਲਸ ਨੂੰ ਵਾਪਸ ਦੇਣ ਤੇ। ਤਾਂ ਉਹ ਸਵਾਮੀਨਾਥਨ ਰਿਪੋਰਟ ਦਾ ਕਹਿਣਾ ਸੀਗਾ ਕਿ ਉਹ ਜਿਹੜਾ ਫੋਰੈਸਟ ਏਰੀਆ ਹੈਗਾ, ਉਹ ਟ੍ਰਾਈਬਲ ਪੀਪਲ ਨੂੰ ਵਾਪਸ ਦੇ ਦਿੱਤਾ ਜਾਣਾ ਚਾਹੀਦਾ ਹੈ, ਤਾਂ ਕਿ ਉਹ ਉੱਥੇ ਆਪਣੇ ਪਸ਼ੂ ਚਰਾ ਸਕਣ ਔਰ ਆਪਣਾ ਉੱਤੋਂ ਲੱਕੜ ਵਗੈਰਾ ਲੈ ਸਕਣ, ਜਿਸ ਨਾਲ ਉਹਨਾਂ ਦਾ ਈਂਧਨ ਵਗੈਰਾ ਮਿਲ ਸਕੇ ਔਰ ਆਪਣਾ ਰੋਜ਼ੀ ਰੋਟੀ ਚਲਾ ਸਕਣ, ਔਰ ਉਹਨਾਂ ਦਾ ਟ੍ਰਾਈਬਲ ਏਰੀਆ ਦਾ ਵੀ ਇੱਕ ਅਪਲਿਫਟਮੈਂਟ ਹੋ ਸਕੇ, ਇੱਕ ਉਤਥਾਨ ਹੋ ਸਕੇ, ਔਰ ਉਹਨਾਂ ਦਾ ਵੀ ਇੱਕ ਸਟੇਟਸ ਸੋਸਾਇਟੀ ਦੇ ਵਿੱਚ ਵੱਧ ਸਕੇ, ਔਰ ਉਹਨਾਂ ਨੂੰ ਵੀ ਜਿੱਦਾਂ ਕਿ ਇਨਕਮ ਲੈਵਲ ਰੇਜ਼ ਹੋ ਸਕੇ, ਤਾਂ ਕਿ ਉਹ ਵੀ ਫਿਰ ਆਉਣ ਵਾਲੇ ਟਾਈਮ 'ਚ ਐਜੂਕੇਟ ਹੋਣਗੇ ਔਰ ਮੇਨ ਸੋਸਾਇਟੀ ਦੇ ਨਾਲ ਜੁੜਨਗੇ। ਇਹ ਵੀ ਇੱਕ ਸਵਾਮੀਨਾਥਨ ਰਿਪੋਰਟ ਦਾ ਇੱਕ ਬਿੰਦੂ ਸੀਗਾ। ਔਰ ਸਭ ਤੋਂ ਮੇਨ ਬਿੰਦੂ ਸੀਗਾ ਸਵਾਮੀਨਾਥਨ ਰਿਪੋਰਟ ਦਾ ਕਿ MSP ਜਿਹੜੀ ਹੈਗੀ ਆ, ਉਹ ਕਿਸਾਨ ਨੂੰ ਡੇਢੀ ਮਿਲਣੀ ਚਾਹੀਦੀ ਹੈ। ਕਿੱਥੋਂ ਡੇਢੀ ਮਿਲਣੀ ਚਾਹੀਦੀ ਹੈ? ਲਾਗਤ ਤੋਂ ਡੇਢੀ ਮਿਲਣੀ ਚਾਹੀਦੀ ਆ। ਔਰ ਸਵਾਮੀਨਾਥਨ ਜੀ ਨੇ ਲਾਗਤ ਨੂੰ ਵੀ ਡਿਫਾਈਨ ਕੀਤਾ। ਉਹਨਾਂ ਨੇ ਸਭ ਤੋਂ ਪਹਿਲੇ ਉਹਨਾਂ ਦਾ ਨਵਾਂ ਬੇਸਿਕ ਲੈਵਲ ਲਿੱਤਾ, L2 ਲੈਵਲ ਜਿਹਨੂੰ ਕਹਿੰਦੇ ਹਨ, ਜਿਸ 'ਚ ਉਹਨਾਂ ਦੀ ਖਾਦ ਦੀ ਕਾਸਟ ਆਉਂਦੀ ਹੈ, ਫਰਟੀਲਾਈਜ਼ਰ ਦੀ ਕਾਸਟ ਆਉਂਦੀ ਆ, ਜਾਂ ਹੋਰ ਉਹ ਚੀਜ਼ਾਂ ਬੀਜਾਂ ਦੀ ਕਾਸਟ ਆਉਂਦੀ ਹੈ, ਜਿਹੜੀ ਵੀ ਉਹ ਚੀਜ਼ਾਂ ਉਹਦੇ ਵਿੱਚ ਪਾਉਂਦੇ ਹਨ, ਉਹ ਇੱਕ ਉਹ ਕਾਸਟ ਲਈ। ਇੱਕ ਉਹਨਾਂ ਨੇ ਕਾਸਟ ਲਿੱਤੀ ਕਿ ਜਿਹੜਾ ਕਿਸਾਨ ਔਰ ਸਾਡੇ ਮਜ਼ਦੂਰ ਦਾ ਪਸੀਨਾ ਉੱਤੇ ਬਹਾਉਂਦੇ ਹਨ, ਔਰ ਜਾਂ ਉਹਨਾਂ ਦੀ ਫੈਮਿਲੀ ਜਿਹੜੀ ਉੱਤੇ ਕਿਸਾਨ ਦੀ ਲੇਬਰ ਕਰਦੀ ਆ, ਉੱਥੇ ਆਪਣਾ ਪਸੀਨਾ ਬਹਾਉਂਦੀ ਹਨ, ਉਹਨਾਂ ਦੀ ਉਹਦੇ 'ਚ ਜਿਹੜੀ ਲੇਬਰ ਕਾਸਟ ਹੈਗੀ ਆ, ਉਹ ਵੀ ਉਹ ਸ਼ਾਮਿਲ ਕੀਤੀ ਜਾਏ। ਉਹਨੂੰ ਉਹਨਾਂ ਨੇ ਡਿਫਾਈਨ ਕੀਤਾ F2 ਕਾਸਟ, ਮਤਲਬ ਮੇਨ ਬੇਸਿਕ ਕਾਸਟ ਬੀਜਾਂ ਦੀ ਲਿੱਤੀ, ਪਲੱਸ ਉਹਦੇ ਵਿੱਚ ਕਾਸਟ ਐਡ ਕੀਤੀ ਜਿਹੜੀ ਉਹਨਾਂ ਨੇ ਉੱਤੇ ਮਜ਼ਦੂਰੀ ਕੀਤੀ, ਉਹਨਾਂ ਨੇ ਦਿਹਾੜੀ ਕੀਤੀ, ਉਹਨਾਂ ਨੇ ਆਪਣਾ ਪਸੀਨਾ ਬਹਾਇਆ, ਤਾਂ ਉਹਨਾਂ ਦੀ ਫੈਮਿਲੀ ਨੇ ਉਹ ਵੀ ਐਡ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਉਹਦੇ 'ਚ ਇੱਕ ਤੀਜੀ ਕਾਸਟ ਐਡ ਕੀਤੀ, ਔਰ ਤੀਜੀ ਕਾਸਟ ਉਹਨਾਂ ਨੇ ਉਹ ਐਡ ਕੀਤੀ ਕਿ ਜੇ ਸਪੋਜ਼ ਉਹਨਾਂ ਨੇ ਜ਼ਮੀਨ ਹੱਲੇ ਤੇ ਲਈ ਹੈਗੀ ਆ, ਉਹਨਾਂ ਨੂੰ ਉਹਦਾ ਹੱਲਾ ਦੇਣਾ ਪੈਂਦਾ, ਜਾਂ ਉਹਨਾਂ ਨੂੰ ਉਹਦੀ ਕਹਿ ਲਓ ਕਿ ਕਿਰਾਇਆ ਦੇਣਾ ਪੈਂਦਾ ਜ਼ਮੀਨ ਦਾ, ਉਹ ਵੀ ਕਾਸਟ ਐਡ ਕੀਤੀ। ਪਲੱਸ ਉਹ ਜੇ ਉਹਨਾਂ ਨੇ ਉਸ ਜ਼ਮੀਨ ਤੇ ਜਿੱਦਾਂ ਹੁਣ ਸਪੋਜ਼ ਅਨਾਜ ਉਗਾਉਣਾ, ਉਹਦੇ ਲਈ ਕੋਈ ਲੋਨ ਲਿੱਤਾ ਜਾਂ ਕੋਈ ਟਰੈਕਟਰ ਲੈਣ ਲਈ ਲੋਨ ਲਿੱਤਾ, ਉੱਤੇ ਜਿਹੜਾ ਉਹਨਾਂ ਨੂੰ ਇੰਟਰਸਟ ਦੇਣਾ ਪੈਂਦਾ, ਉਸ ਇੰਟਰਸਟ ਨੂੰ ਵੀ ਉਸ ਕਾਸਟ ਦੇ ਵਿੱਚ ਸ਼ਾਮਿਲ ਕੀਤਾ। ਇੱਕ ਟੋਟਲ ਕਾਸਟ ਉਹਨਾਂ ਨੇ ਤਿਆਰ ਕੀਤੀ, ਸਾਰਾ ਕੁਝ ਪਾ ਕੇ C2 ਕਾਸਟ। ਉਹਨਾਂ ਨੇ ਕਿਹਾ ਜਿਹੜੀ ਐਂਡ ਰਿਜ਼ਲਟ ਹੈ, ਟੋਟਲ ਸਭ ਕੁਝ ਮਿਲਾ ਕੇ C2 ਕਾਸਟ ਆਉਂਦੀ ਹੈ,
ਉਹ ਤੋਂ 1.5 ਗੁਣਾ ਜ਼ਿਆਦਾ MSP ਹੋਣੀ ਚਾਹੀਦੀ ਹੈ। ਮਤਲਬ ਸਪੋਜ਼ C2 ਕਾਸਟ 100 ਰੁਪਏ ਆਉਂਦੀ ਹੈ ਤਾਂ ਜਿਹੜੀ MSP ਹੋਣੀ ਚਾਹੀਦੀ ਹੈ 150 ਰੁਪਏ ਹੋਣੀ ਚਾਹੀਦੀ ਹੈ ਔਰ ਉਹ ਹਰ ਕਿਸਾਨ ਨੂੰ ਮਿਲਣੀ ਚਾਹੀਦੀ ਹੈ। ਔਰ ਅਗਰ ਉਹ ਕਿਸਾਨ ਨੂੰ ਨਹੀਂ ਮਿਲਦੀ ਤਾਂ ਉੱਤੇ ਵੀ ਕਾਨੂੰਨ ਪਾਰਿਤ ਹੋਣਾ ਚਾਹੀਦਾ ਹੈ ਕਿ ਜੇ ਅਗਰ ਉਹ ਕਿਸਾਨ ਨੂੰ ਨਹੀਂ ਮਿਲ ਪਾਉਂਦੀ ਜਾਂ ਕੋਈ ਏਜੰਸੀ ਉਹਨੂੰ ਨਹੀਂ ਦਿੰਦੀ ਤਾਂ ਉੱਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਉੱਤੇ ਵੀ ਇੱਕ ਕਮਿਸ਼ਨ ਬਿਠਾਇਆ ਜਾਵੇ ਜਿਹੜਾ ਉਹਨਾਂ ਦੀ ਹੈਲਪ ਕਰੇ। ਤਾਂ ਕਿਸਾਨ ਸ਼ੁਰੂ ਤੋਂ ਇਹ ਚਾਹੁੰਦੀ ਸੀ ਕਿ ਜਿਹੜੀ ਸਾਡੀ ਲਾਗਤ ਹੈਗੀ ਉਹ ਤੋਂ 1.5 MSP ਹੋਏ, ਜਿਹੜੀ ਅੱਜ ਤੱਕ ਉਹਨਾਂ ਨੂੰ ਨਹੀਂ ਮਿਲੀ। ਨਾ ਹੀ ਕੋਈ ਕਾਨੂੰਨ ਬਣਿਆ ਵੀ ਉੱਤੇ ਵੀ ਜਿਹੜਾ ਉਹਨੂੰ ਹਰ ਹਾਲਤ ਦੇ ਵਿੱਚ ਮਿਲਣੀ ਚਾਹੀਦੀ ਹੋਵੇ 150%, ਯਾਨੀ ਕਿ ਕਾਸਟ ਤੋਂ 1.5। ਕਾਸਟ ਦੇ ਵਿੱਚ ਉਹਨਾਂ ਨੇ ਉਹ ਮੇਨ ਬੀਜਾਂ ਦੀ ਕਾਸਟ ਵੀ ਲਈ, ਫਰਟੀਲਾਈਜ਼ਰ ਦੀ ਕਾਸਟ ਵੀ ਲਈ, ਪਲੱਸ ਉਹਨਾਂ ਦੀ ਜਿਹੜੀ ਦਿਹਾੜੀ ਦੀ ਕਾਸਟ ਵੀ ਲਈ ਜਿਹੜੀ ਉਹ ਪਸੀਨਾ ਵਹਾਉਂਦੇ, ਪਲੱਸ ਉਹਦੇ 'ਚ ਉਹਨਾਂ ਨੇ ਲੋਨ ਔਰ ਇੰਟਰਸਟ ਦੀ ਕਾਸਟ ਵੀ ਲਿੱਤੀ, ਪਲੱਸ ਉਹਦੇ ਉੱਤੇ ਕਿਰਾਏ ਦੀ ਕਾਸਟ ਵੀ ਲਿੱਤੀ। ਉਹਨਾਂ ਸਾਰਿਆਂ ਨੂੰ ਮਿਲਾ ਕੇ ਜਿਹੜੀ ਲਾਗਤ ਦੀ ਕਾਸਟ ਹੈ ਉਹ 1.5। ਠੀਕ ਹੈ। ਉਸ ਤੋਂ ਬਾਅਦ ਉਹਨਾਂ ਦਾ ਇੱਕ ਮੇਨ ਪੁਆਇੰਟ ਸੀ ਕਿ ਫਾਰਮਰਸ ਦੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ। ਇੰਸ਼ੋਰੈਂਸ ਇਨ ਦੀ ਸੈਂਸ ਕਿ ਜਿਹੜਾ ਉਹਨਾਂ ਨੂੰ ਉਹਦੇ 'ਤੇ ਜਦੋਂ ਸਪੋਜ਼ ਉਹਨਾਂ ਦਾ ਕੋਈ ਫਸਲ ਖਰਾਬ ਹੋ ਜਾਂਦੀ ਹੈ, ਕੁਝ ਹੋ ਜਾਂਦੀ ਹੈ, ਤਾਂ ਉਹਨਾਂ ਨੂੰ ਉਹਦਾ ਕਾਸਟ ਕਿਸੇ ਤਰ੍ਹਾਂ ਭਰਪਾਈ ਕੀਤੀ ਜਾਵੇ। ਉਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਦੀ ਪਹਿਲੇ ਤਾਂ ਕਾਸਟ ਹੀ ਘਟਾਈ ਜਾਵੇ। ਕਾਸਟ ਕਢਾਈ ਕਿਸ ਤਰ੍ਹਾਂ ਕਢਾਈ ਜਾਵੇ ਵੀ ਜਿਹੜਾ ਉਹਨਾਂ ਨੂੰ ਲੋਨ ਲੈਣਾ ਪੈਂਦਾ, ਸਪੋਜ਼ ਉਹਨਾਂ ਨੂੰ ਟਰੈਕਟਰ ਲੈਣ ਲਈ ਲੋਨ ਲੈਣਾ ਪੈਂਦਾ ਜਾਂ ਹੋਰ ਬੀਜਾਂ ਲਈ ਲੋਨ ਲੈਣਾ ਪੈਂਦਾ ਜਾਂ ਫਰਟੀਲਾਈਜ਼ਰਸ ਲਈ ਲੋਨ ਲੈਣਾ ਪੈਂਦਾ, ਉੱਤੇ ਜਿਹੜਾ ਇੰਟਰਸਟ ਰੇਟ ਹੈ ਉਹ ਸਰਕਾਰ 4% ਘੱਟ ਲਾਵੇ। ਕਿਹਦੇ ਨਾਲ ਘੱਟ ਲਾਵੇ? ਆਮ ਨਾਰਮਲ ਬੰਦਾ ਜਿਹੜਾ ਇੰਟਰਸਟ ਲੈ ਰਿਹਾ, ਸਪੋਜ਼ ਆਪਣਾ ਕੰਮ ਕਾਜ ਕਰਨ ਲਈ ਫੈਕਟਰੀ ਵਾਲਾ 13% ਤੇ ਇੰਟਰਸਟ ਲੈਂਦਾ, ਜਾਂ ਆਮ ਸ਼ਹਿਰ ਦੇ ਵਿੱਚ ਕੋਈ ਬੰਦਾ 12 ਜਾਂ 12.5% ਤੇ ਇੰਟਰਸਟ ਲੈਂਦਾ, ਤਾਂ ਬਟ ਕਿਸਾਨਾਂ ਨੂੰ ਉਹ ਤੋਂ 4% ਘੱਟ, ਯਾਨੀ ਕਿ 8% ਦੇ ਆਸ-ਪਾਸ ਉਹਨਾਂ ਨੂੰ ਇੰਟਰਸਟ ਲੱਗੇ। ਉਹ ਫਾਰਮਰਸ ਕੋਈ ਵੀ ਲੋਨ ਲੈਣ, ਚਾਹੇ ਟਰੈਕਟਰ ਲੈਣ ਲਈ ਲੈਣ ਜਾਂ ਕੋਈ ਵੀ ਆਪਣੀ ਪ੍ਰੋਡਕਸ਼ਨ ਕਾਸਟ ਲਈ ਲੈਣ, ਚਾਹੇ ਫਰਟੀਲਾਈਜ਼ਰ ਲੈਣ ਲਈ ਲੈਣ, ਕਿਸੇ ਵੀ ਪਰਪਸ ਲਈ ਫਾਰਮਰਸ ਲੋਨ ਲੈਣ ਆਪਣੀ ਮਤਲਬ ਕਿਸਾਨੀ ਦੇ ਸੰਬੰਧ ਦੇ ਵਿੱਚ ਜਾਂ ਆਪਣੀ ਗ੍ਰੇਨਸ ਉਗਾਉਣ ਦੇ ਸੰਬੰਧ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਲੋਨ ਲੈਂਦੇ ਆ, ਉਹਨਾਂ ਨੂੰ ਇੰਟਰਸਟ ਰੇਟ ਜਿਹੜਾ ਕਿ 4% ਘੱਟ ਲੱਗੇ ਆਮ ਇੰਟਰਸਟ ਨਾਲੋਂ। ਸਪੋਜ਼ ਇੱਕ ਉਸ ਤੋਂ ਇਲਾਵਾ ਉਹਨਾਂ ਨੇ ਹੋਰ ਗੱਲ ਕੀ ਕਿ ਨੈਸ਼ਨਲ ਕਲੈਮਿਟੀ ਆਯੋਗ ਬਣਨਾ ਚਾਹੀਦਾ ਹੈ। ਸਪੋਜ਼ ਕਿਸੇ ਤਰ੍ਹਾਂ ਦੀ ਕਲੈਮਿਟੀ ਆ ਜਾਂਦੀ, ਕੋਈ ਹੜ੍ਹ ਆ ਜਾਂਦਾ ਜਾਂ ਕੁਛ ਆ ਜਾਂਦਾ ਜਾਂ ਕੋਈ ਅਰਥਕੁਏਕ ਆ ਜਾਂਦੀ, ਉਹਨਾਂ ਨੂੰ ਫਸਲ ਖਰਾਬ ਹੋ ਜਾਂਦੀ ਹੈ, ਉਸ ਦੇ ਦੌਰਾਨ ਵੀ ਨੈਸ਼ਨਲ ਕਲੈਮਿਟੀ ਆਯੋਗ ਉਹਨਾਂ ਦਾ ਸਪੋਜ਼ ਰਿਫੰਡ ਕਰਨ ਪੈਸੇ ਜੋ ਵੀ ਉਹਨਾਂ ਦਾ ਨੁਕਸਾਨ ਹੁੰਦਾ ਹੈ। ਨੈਸ਼ਨਲ ਕਲੈਮਿਟੀ ਆਯੋਗ ਇਹ ਵੀ ਇੱਕ ਸਵਾਮੀਨਾਥਨ ਆਯੋਗ ਦੀ ਬਹੁਤ ਹੀ ਵੱਡੀ ਇੱਕ ਕਹਿ ਲਓ ਕਿ ਰਿਕਮੈਂਡੇਸ਼ਨ ਸੀਗੀ। ਉਹਨਾਂ ਦਾ ਮੇਨ ਮਕਸਦ ਸੀਗਾ ਕਿ ਜਿਹੜੇ ਪੂਅਰ ਫਾਰਮਰਸ ਹੈਗੇ ਉਹਨਾਂ ਦਾ ਸਟੇਟਸ ਵਧੇ। ਪਲੱਸ ਉਹ ਚਾਹੁੰਦੇ ਸੀਗੇ ਸਵਾਮੀਨਾਥਨ ਜੀ, ਉਹਨਾਂ ਨੇ ਜਿਹੜਾ ਨੈਕਸਟ ਬਿੰਦੂ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਫਰਟੀਲਾਈਜ਼ਰ ਸਿਕਿਉਰਿਟੀ ਹੋਣੀ ਚਾਹੀਦੀ ਹੈ ਸਾਡੇ ਦੇਸ਼ ਦੇ ਵਿੱਚ। ਉਹਦੇ 'ਚ ਉਹਨਾਂ ਨੇ ਮੇਨ ਜਿਹੜੀ ਰਿਕਮੈਂਡੇਸ਼ਨ ਕੀਤੀ ਕਿ ਸਾਡੇ ਦੇਸ਼ ਦੀ ਜਿੰਨੀ ਵੀ GDP ਹੈਗੀ ਉਸ GDP ਦਾ 1% ਜਿਹੜਾ ਕਿ ਫਰਟੀਲਾਈਜ਼ਰ ਸਿਕਿਉਰਿਟੀ ਤੇ ਖਰਚ ਹੋਣਾ ਚਾਹੀਦਾ। ਮਤਲਬ ਉਸ ਜਿਹੜਾ 1% ਆਫ GDP ਨਿਕਲੇਗਾ ਉਹਦੇ ਨਾਲ ਫਰਟੀਲਾਈਜ਼ਰ ਸਿਕਿਉਰਿਟੀ ਮਿਲੇ ਸਾਡੇ ਦੇਸ਼ ਦੇ ਕਿਸਾਨਾਂ ਨੂੰ, ਮਤਲਬ ਉਹਨਾਂ ਨੂੰ ਫਰਟੀਲਾਈਜ਼ਰਸ ਪ੍ਰੋਵਾਈਡ ਕੀਤਾ ਜਾਵੇ ਉਹਨਾਂ ਪੈਸਿਆਂ ਦੇ ਅਧੀਨ ਅਲੱਗ-ਅਲੱਗ ਸਕੀਮਾਂ ਬਣਾ ਕੇ, ਤਾਂ ਕਿ ਹਰ ਇੱਕ ਕਿਸਾਨ ਨੂੰ ਰੋਟੀ ਮਿਲ ਸਕੇ, ਹਰ ਇੱਕ ਕਿਸਾਨ ਆਤਮ ਨਿਰਭਰ ਬਣ ਸਕੇ ਔਰ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਕਿਸੇ ਵੀ ਕਿਸਾਨ ਨੂੰ, ਖਾਸ ਕਰ ਪੂਅਰ ਫਾਰਮਰਸ ਨੂੰ। ਪਲੱਸ ਉਹਨਾਂ ਨੇ ਕਿਹਾ ਸੀਗਾ ਫੂਡ ਸਟੋਰੇਜ ਦਾ ਇਨਫਰਾਸਟ੍ਰਕਚਰ ਬਣਾਉਣਾ ਚਾਹੀਦਾ, ਗੋਦਾਮ ਬਣਾਉਣੇ ਚਾਹੀਦੇ ਹਨ ਜਿੱਥੇ ਅਨਾਜ ਸਟੋਰ ਹੋ ਸਕੇ, ਜਿਹਦਾ ਔਖੇ ਸਮੇਂ ਦੇ ਵਿੱਚ ਆਪਾਂ ਫਾਇਦਾ ਉਠਾ ਸਕੀਏ। ਪਲੱਸ ਉਹਨਾਂ ਨੇ ਕਿਹਾ ਸੀਗਾ ਕਿ ਸੋਇਲ ਇੰਸਪੈਕਸ਼ਨ ਲਈ ਲੈਬਸ ਬਣਨ, ਸੋਇਲ ਫਰਟੀਲਿਟੀ ਲੈਬਸ ਬਣਨ। ਸੋਇਲ ਫਰਟੀਲਿਟੀ ਲੈਬਸ ਉਹਨਾਂ ਨੇ ਕਿਹਾ ਸੀਗਾ ਕਿ ਡਿਸਟ੍ਰਿਕਟ ਲੈਵਲ ਤੇ ਬਣਨੀਆਂ ਚਾਹੀਦੀਆਂ ਹਨ, ਹਰ ਏਰੀਆ ਦੇ ਵਿੱਚ ਬਣਨੀਆਂ ਚਾਹੀਦੀਆਂ ਹਨ, ਜਿਸ 'ਚ ਫਾਰਮਰਸ ਨੂੰ ਅਸੀਂ ਗਾਈਡ ਕਰ ਸਕੀਏ ਕਿ ਉਹਨਾਂ ਦੀ ਸੋਇਲ ਦੀ ਉਸ ਮੌਸਮ ਦੇ ਹਿਸਾਬ ਨਾਲ, ਉਸ ਮਿੱਟੀ ਦੇ ਹਿਸਾਬ ਨਾਲ ਕਿਹੜੇ ਫੂਡ ਗ੍ਰੇਨਸ ਉਗਾਉਣ ਲਈ ਉਹਨਾਂ ਦੀ ਸੋਇਲ ਬੈਟਰ ਹੈਗੀ ਹੈ, ਤਾਂ ਕਿ ਹਰ ਇੱਕ ਫਾਰਮਰ ਸੈਲਫ ਸਫੀਸ਼ੀਐਂਟ ਬਣ ਸਕੇ। ਕਿੱਦਾਂ ਸੈਲਫ ਸਫੀਸ਼ੀਐਂਟ ਬਣੇਗਾ ਕਿ ਇਹਦੇ ਨਾਲ ਕੀ ਹੈ ਕਿ ਫੂਡ ਗ੍ਰੇਨਸ 'ਚ ਡਾਇਵਰਸਿਟੀ ਆ ਜਾਏਗੀ। ਹਰ ਕੋਈ ਮਤਲਬ ਧਾਨ ਨਹੀਂ ਉਗਾਉਂਦਾ ਰਹੇਗਾ, ਹਰ ਕੋਈ ਮਤਲਬ ਗੇਹੂੰ ਨਹੀਂ ਉਗਾਉਂਦਾ ਰਹੇਗਾ ਜਾਂ ਚਾਵਲ ਨਹੀਂ ਉਗਾਉਂਦਾ ਰਹੇਗਾ, ਹੋਰ ਫਸਲਾਂ ਵੀ ਉਗਾਏਗਾ। ਔਰ ਉਹਦੇ ਲਈ ਉਹ ਜਿਹੜੀਆਂ ਸੋਇਲ ਫਰਟੀਲਿਟੀ ਲੈਬਸ ਗਵਰਨਮੈਂਟ ਬਣਾਏਗੀ ਅਲੱਗ-ਅਲੱਗ ਸ਼ਹਿਰਾਂ 'ਚ, ਉਹਨੂੰ ਗਾਈਡ ਕਰੇਗੀ। ਪਲੱਸ ਉਹਦਾ MSP ਵੀ ਤੈਅ ਕਰੇਗੀ ਜਿਹੜਾ ਉਹਦੀ ਲਾਗਤ ਆਏਗੀ ਉਸ ਫਸਲ ਦੀ, ਔਰ ਅੱਗੋਂ ਗਰੰਟੀ ਵੀ ਰਹੇਗੀ ਕਿ ਉਹ MSP ਜਿਹੜੀ ਉਹਨੂੰ ਮਿਲੇਗੀ। MSP ਹੋਣੀ ਰੈਡੀ ਚਾਹੀਦੀ ਉਹਦੀ ਲਾਗਤ ਤੋਂ। ਲਾਗਤ ਦਾ ਵੀ ਕੈਲਕੂਲੇਟ ਕਰਨ ਦਾ ਉਹਨਾਂ ਨੇ ਤਰੀਕਾ ਦੱਸਿਆ। ਉਸ ਤਰੀਕੇ ਦੇ ਬਾਅਦ ਜਿਹੜੀ 1.5 ਗੁਣਾ ਉਹਦੀ ਮਤਲਬ ਕਿ MSP ਹੋਣੀ ਚਾਹੀਦੀ ਹੈ। ਸਪੋਜ਼ 100 ਰੁਪਏ ਪ੍ਰੋਡਕਸ਼ਨ ਕਾਸਟ ਹੈ ਤਾਂ 150 ਰੁਪਏ ਦੀ MRP ਹੋਣੀ ਚਾਹੀਦੀ ਹੈ, ਔਰ MSP ਹੋਣੀ ਚਾਹੀਦੀ ਸਪੋਰਟ ਮਿਨੀਮਮ ਸਪੋਰਟ ਪ੍ਰਾਈਸ, ਔਰ ਉਹਨੂੰ ਕਿਸਾਨ ਨੂੰ ਮਿਲਣੀ ਚਾਹੀਦੀ ਹੈ। ਇਹ ਉਹਨਾਂ ਦਾ ਕਹਿਣਾ ਸੀਗਾ। ਔਰ ਇਸ ਤਰੀਕੇ ਨਾਲ ਅਗਰ ਕੰਮ ਕਰਦੇ ਤਾਂ ਕਿਸਾਨ ਨੂੰ ਕਦੀ ਲੋਨ ਦੀ ਰਿਕੁਆਇਰਮੈਂਟ ਹੀ ਨਹੀਂ ਪਏਗੀ, ਕਿਉਂਕਿ ਉਹ ਸੈਲਫ ਸਫੀਸ਼ੀਐਂਟ ਹੋ ਜਾਏਗਾ, ਉਹਨੂੰ ਅੱਛੀ ਕਮਾਈ ਹੋਣ ਲੱਗ ਪਏਗੀ ਇਸ ਤੋਂ। ਔਰ ਹੁਣ ਕਿਸਾਨ ਚਾਹੁੰਦੇ ਆ ਕਿ ਇਸ ਦੀ ਆਯੋਗ ਦੀ ਜਿੰਨੀਆਂ ਰਿਕਮੈਂਡੇਸ਼ਨਸ ਹੈਗੀਆਂ ਉਹ ਲਾਗੂ ਕੀਤੀ ਜਾਵੇ, ਔਰ ਜਿਹੜੇ ਆ ਕਾਲੇ ਕਾਨੂੰਨ ਕਾਰਪੋਰੇਟਸ ਨੂੰ ਧਿਆਨ 'ਚ ਰੱਖ ਕੇ ਬਣਾਏ ਗਏ ਹਨ ਉਹਨੂੰ ਖਤਮ ਕੀਤਾ ਜਾਵੇ।
ਕਿਉਂਕਿ ਇਸ ਕਾਨੂੰਨਾਂ ਦੇ ਨਾਲ ਕਾਰਪੋਰੇਟਸ ਨੂੰ ਫਾਇਦਾ ਹੋਊਗਾ। ਜਿਹੜਾ ਕਮਾਈ ਕਿਸਾਨਾਂ ਦੀ ਹੋਣੀ ਚਾਹੀਦੀ ਹੈ ਉਹ ਕਾਰਪੋਰੇਟਸ ਦੀ ਹੋਏਗੀ, ਔਰ ਜਿਹੜਾ ਆਪਣੀ ਜ਼ਮੀਨ ਦਾ ਫਾਇਦਾ ਕਿਸਾਨ ਉਠਾਉਣਾ ਚਾਹੁੰਦੇ ਹਨ ਉਹਦਾ ਕਿਸਾਨ ਨਹੀਂ ਉਠਾ ਪਾਣਗੇ ਉਸ ਕਮਾਈ ਦਾ ਫਾਇਦਾ ਕਾਰਪੋਰੇਟਸ ਉਠਾਉਣਗੇ। ਔਰ ਕਿਸਾਨਾਂ ਨੂੰ ਕਿਸਾਨੀ ਕਰਨੀ ਆਉਂਦੀ ਹੈ, ਪਿਛਲੇ ਕਈ ਸੌ ਸਾਲਾਂ ਤੋਂ ਕਰਦੇ ਆਏ ਹਨ। ਸਿਰਫ ਉਹਨਾਂ ਦੀ ਪ੍ਰੋਫਿਟੇਬਿਲਿਟੀ 'ਚ ਕਮੀ MSP ਕਾਰਨ ਹੁੰਦੀ ਹੈ, ਕਿਉਂਕਿ ਇੱਕ ਤਾਂ MSP ਘੱਟ ਤੈਅ ਹੁੰਦੀ ਹੈ, ਜੇ ਹੁੰਦੀ ਹੈ ਤਾਂ ਉਹਨਾਂ ਨੂੰ ਮਿਲਦੀ ਨਹੀਂ ਹੈ। ਤਾਂ ਉਹਦੇ 'ਚ ਉਹਨਾਂ ਦਾ ਇਹੀ ਕਹਿਣਾ ਇੱਕ ਤਾਂ MSP ਤੈਅ ਹੋਵੇ ਔਰ ਲਾਗਤ ਤੋਂ ਡੇਢੀ ਤੈਅ ਹੋਵੇ ਔਰ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਮਿਲੇ, ਔਰ ਜਿੰਨੀਆਂ ਵੀ ਸਵਾਮੀਨਾਥਨ ਰਿਪੋਰਟ ਦੀਆਂ ਰਿਕਮੈਂਡੇਸ਼ਨਸ ਉਹਨਾਂ ਨੂੰ ਲਗਾਈਆਂ ਜਾਣ ਤਾਂ ਕਿ ਸਾਡਾ ਸਭ ਕਿਸਾਨ ਖੁਸ਼ਹਾਲ ਹੋਵੇ। ਕਿਸਾਨ ਖੁਸ਼ਹਾਲ ਹੋਊਗਾ ਤਾਂ ਪੂਰੀ ਦੁਨੀਆ ਖੁਸ਼ਹਾਲ ਹੋਊਗੀ, ਕਿਉਂਕਿ ਸਾਡੇ ਦੇਸ਼ 'ਚ 70% ਕਿਸਾਨ ਹੀ ਹਨ ਔਰ ਬਾਕੀ ਦੀ ਜਿਹੜੀ 30% ਪਾਪੂਲੇਸ਼ਨ ਹੈਗੀ ਹੈ ਉਹ ਕਿਸਾਨਾਂ ਦੇ ਉੱਤੇ ਨਿਰਭਰ ਹੈ। ਅਗਰ ਕਿਸਾਨ ਖੁਸ਼ਹਾਲ ਹੈ, 70% ਸਾਡੀ ਪਾਪੂਲੇਸ਼ਨ ਖੁਸ਼ਹਾਲ ਹੈ, ਬਾਕੀ ਦੀ 30% ਪਾਪੂਲੇਸ਼ਨ ਆਪਣੇ ਆਪ ਖੁਸ਼ਹਾਲ ਹੋ ਜਾਏਗੀ ਔਰ ਸਾਡੇ ਹਿੰਦੁਸਤਾਨ ਦੀ ਤਰੱਕੀ ਹੋਏਗੀ। ਇਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਸਾਂਝੀ ਸੋਚ, ਇੱਕ ਸਾਂਝੀ ਤਰੱਕੀ, ਪੂਰੇ ਹਿੰਦੁਸਤਾਨ ਦੇ ਹਰ ਵਰਗ ਦੀ ਤਰੱਕੀ ਔਰ ਹਰ ਇਨਸਾਨ ਦੀ ਤਰੱਕੀ। ਇਹ ਨਹੀਂ ਹੈ ਵੀ ਕੁਝ ਲੋਕੀ ਅਮੀਰ ਹੈ ਤਾਂ ਅਮੀਰ ਹੀ ਹੋਈ ਜਾ ਰਿਹਾ, ਜਿਹੜਾ ਗਰੀਬ ਹੈ ਉਹ ਗਰੀਬ ਹੀ ਹੋਈ ਜਾ ਰਿਹਾ, ਜੇ ਕਾਰਪੋਰੇਟ ਅਮੀਰ ਹੈ ਤਾਂ ਅਮੀਰ ਹੀ ਹੋਈ ਜਾ ਰਿਹਾ। ਇਹ ਜਿਹੜੇ ਵੰਡ ਹੈ ਸੋਸਾਇਟੀ ਦੀ ਉਹ ਖਤਮ ਹੋਏਗੀ। ਹਰ ਕੋਈ ਇੱਕ ਤਰੀਕੇ ਨਾਲ ਲੈਵਲ ਤੇ ਆਪਣਾ ਸਟੇਟਸ ਵਧਾ ਸਕੇਗਾ ਔਰ ਹਰ ਕੋਈ ਇੱਕ ਲੈਵਲ ਤੇ ਜਾ ਕੇ ਅਮੀਰ ਹੋ ਪਾਏਗਾ ਔਰ ਸਾਡਾ ਇੱਕ ਜਿਹੜਾ ਨੇਸ਼ਨ ਹੈ ਡਿਵੈਲਪਡ ਨੇਸ਼ਨ ਦਾ ਰੂਪ ਲੈ ਲੇਗਾ। ਇਸ ਲਈ ਅਸੀਂ ਕਿਸਾਨਾਂ ਦੇ ਨਾਲ ਹਨ। ਅਸੀਂ ਚਾਹੁੰਦੇ ਹਨ ਕਿ ਇਹ ਕਾਲੇ ਕਾਨੂੰਨ ਖਤਮ ਕੀਤੇ ਜਾਣ ਔਰ ਫਾਰਮਰਸ ਜਿਹੜਾ ਚਾਹੁੰਦੇ ਹਨ ਸਵਾਮੀਨਾਥਨ ਦੀ ਰਿਪੋਰਟ ਹੈ ਉਹ ਵੀ ਲਾਗੂ ਕੀਤੀ ਜਾਵੇ। ਥੈਂਕ ਯੂ ਵੈਰੀ ਮਚ। ਸੀਸ ਕੱਟਿਆ ਮਰ ਨਹੀਂ ਸਕਦੇ, ਬਿਨਾਂ ਸੀਸ ਤੋਂ ਲੜਨਾ ਜਾਣਦੇ ਆ। ਅਸੀਂ ਭੂਲੀ ਧੂਆਂ ਤੋਂ ਡਰਨ ਵਾਲੇ ਬਾਗ ਪਤੰਗੇ ਦੇ ਸਾਨਾ ਚੱਲਦੇ ਆ। ਹੱਕ ਆਪਣੇ ਲਈ ਧਰਨਿਆਂ ਤੇ ਬਹਿ ਗਿਆ ਦਿੱਲੀਏ, ਆਪਣੇ ਲਈ ਧਰਨਿਆਂ ਤੇ ਬਹਿ ਗਿਆ ਦਿੱਲੀਏ, ਨਹੀਂ ਅਸੀਂ ਵਟਾਂਗੇ। ਜੇ ਸਾਡੀ ਪੈਲੀ 'ਚ ਬਗਾਨਾ ਪੈਰ ਪੈ ਗਿਆ ਦਿੱਲੀਏ, ਨਹੀਂ ਅਸੀਂ ਵਟਾਂਗੇ। ਪੈਲੀ 'ਚ ਬਗਾਨਾ ਕੋਈ ਬਹਿ ਗਿਆ ਦਿੱਲੀਏ, ਨਹੀਂ ਅਸੀਂ ਵਟਾਂਗੇ। ਸਾਰੇ ਮੰਮਨ ਜੀ ਜਿਹੜੇ ਪ੍ਰਧਾਨ ਇੱਥੇ ਐਸੋਸੀਏਸ਼ਨ ਦੇ, ਜਿਹੜੇ ਵੱਖ-ਵੱਖ ਸਮੇਂ ਦੌਰਾਨ ਵੀ ਕੋਵਿਡ ਦੌਰਾਨ ਵੀ ਸੇਵਾ ਕਰ ਰਹੇ ਆ, ਅੱਜ ਸਾਰੀਆਂ ਜਥੇਬੰਦੀਆਂ ਨੇ ਸਾਡਾ ਸਾਥ ਦਿੱਤਾ। ਵਪਾਰਕ ਜਥੇਬੰਦੀਆਂ ਫਗਵਾੜੇ ਦੀ ਕੋਈ ਐਸੀ ਵਪਾਰਕ ਜਥੇਬੰਦੀ ਨਹੀਂ, ਚਾਹੇ ਉਹ ਕੈਮਿਸਟ ਜਥੇਬੰਦੀ ਹੈ, ਚਾਹੇ ਉਹ ਸੁਨਿਆਰਿਆਂ ਦੀ ਸਾਡੇ ਭਰਾਵਾਂ ਦੀ ਜਥੇਬੰਦੀ ਹੈ, ਚਾਹੇ ਉਹ ਕਰਿਆਨੇ ਦੀ ਜਥੇਬੰਦੀ ਹੈ, ਕੱਪੜਾ ਵਪਾਰੀ, ਹਰ ਵਰਗ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਾਰੇ ਸਿਆਸੀ ਹਿੱਤਾਂ ਨੂੰ ਛੱਡ ਕੇ ਅੱਜ ਪਹੁੰਚੇ ਆ। ਅਸੀਂ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕਰਦੇ ਹਾਂ। ਹੁਣ ਮੰਗੀ ਮਾਲ ਜੀ ਤੁਹਾਨੂੰ ਇਸ ਬਾਰੇ ਅੱਗੋਂ ਦੱਸਣਗੇ ਕੀ ਸਭ ਤੋਂ ਪਹਿਲਾਂ ਜੀ ਤੁਹਾਨੂੰ ਸਭ ਨੂੰ ਵੈਲਕਮ। ਤੁਸੀਂ ਜਿੰਨੇ ਵੀ ਇੱਥੇ ਆਏ ਹੋ ਤੁਹਾਡਾ ਹਰ ਇੱਕ ਦਾ ਆਇਆਂ ਦਾ ਸਿਰ ਮੱਥੇ ਇੱਕ ਇੱਕ ਕਦਮ ਸਿਰ ਮੱਥੇ, ਕਿਉਂਕਿ ਇਹ ਸੰਘਰਸ਼ ਇਕੱਲੇ ਕਿਸਾਨਾਂ ਦਾ ਨਹੀਂ, ਇਹ ਸਾਡੇ ਇਨਸਾਨਾਂ ਦਾ ਆ। ਇਨਸਾਨ ਨੂੰ ਜੀਵਨ ਲਈ ਜੀਣ ਦੀ ਲੋੜ ਆ ਰੋਟੀ ਦੀ। ਜਿੰਨੇ ਅਨਾਜ ਪੈਦਾ ਹੁੰਦੇ ਨੇ ਉਹ ਸਾਰੇ ਕਿਸਾਨ ਪੈਦਾ ਕਰਦਾ, ਮਿੱਟੀ ਵਿੱਚ ਮਿੱਟੀ ਹੋ ਕੇ। ਮੇਰੀ ਆਪਣੀ ਜਿਹੜੀ ਜ਼ਮੀਨ ਆ ਠੇਕੇ ਤੇ ਆ, ਉਹ ਵਾਹੁੰਦੇ ਕੌਣ ਨੇ? ਪੰਡਤ। ਕੀ ਪੰਡਤ ਕਿਸਾਨ ਨਹੀਂ ਜਿਹੜਾ ਮੇਰੀ ਖੇਤੀ ਕਰਦਾ? ਹਰ ਵਰਗ ਕਿਸਾਨ ਹੋ ਸਕਦਾ, ਤਖਾਣ, ਜੱਟ, ਪੰਡਤ, ਕਿਸੇ ਵੀ ਜਾਤ ਧਰਮ ਨਾਲ ਜਿਹੜਾ ਮਿੱਟੀ ਵਿੱਚ ਮਿੱਟੀ ਹੁੰਦਾ ਅਨਾਜ ਉਗਾਉਂਦਾ ਆ ਉਹ ਕਿਸਾਨ ਆ। ਕਿਸਾਨ ਦੇ ਨਾਲ ਅਸੀਂ ਸਾਰੇ ਜੁੜੇ ਹੋਏ ਆ। ਇਹਨਾਂ ਲੋਕਾਂ ਨੇ ਸਾਨੂੰ ਧਰਮਾਂ 'ਚ ਮਜ਼੍ਹਬਾਂ 'ਚ ਵੰਡਿਆ, ਬਾਲੀਵੁੱਡ ਦੇ ਵਿੱਚ ਵੀ ਵੰਡੀਆਂ ਪਾਤੀਆਂ, ਤੁਹਾਡੇ ਮੀਡੀਆ ਦੇ ਵਿੱਚ ਵੀ ਵੰਡੀਆਂ ਪਈਆਂ ਆ। ਹੁਣ ਜਾਤਾਂ ਤੇ ਧਰਮਾਂ 'ਚ ਵੀ ਸਾਨੂੰ ਵੰਡਿਆ, ਹੁਣ ਸਾਨੂੰ ਕਿੱਤਿਆਂ ਵਿੱਚ ਵੀ ਵੰਡ ਰਹੇ ਆ। ਇਹ ਬੜੀ ਜਿਹੜੇ ਗੌਰਮੈਂਟ ਬਹੁਤ ਗੰਦੀ ਗੌਰਮੈਂਟ ਆ, ਵਪਾਰੀਆਂ ਦੀ ਗੌਰਮੈਂਟ ਆ। ਰਾਜੇ ਦਾ ਧਰਮ ਕੀ ਹੁੰਦਾ? ਰਾਜੇ ਦਾ ਧਰਮ ਹੈ ਕਿ ਮੇਰੀ ਪ੍ਰਜਾ ਖੁਸ਼ ਰਹੇ। ਇਹ ਰਾਜਾ ਉਹ ਆ ਲਾਂਤੀ ਜਿਹੜਾ ਕਹਿੰਦਾ ਕਿ ਮੇਰੇ 4 ਦੋਸਤ ਖੁਸ਼ ਰਹਿਣ, ਪ੍ਰਜਾ ਮਰ ਜਾਏ। ਐਦਾਂ ਦਾ ਰਾਜਾ ਨਹੀਂ ਸਾਨੂੰ ਚਾਹੀਦਾ, ਐਦਾਂ ਦੇ ਰਾਜਿਆਂ ਦੀ ਸਾਨੂੰ ਲੋੜ ਨਹੀਂ। ਜੇ ਰੱਬ ਨੇ ਕਿਸਾਨ ਏਕਤਾ ਐਦਾਂ ਦਾ ਕੰਮ ਕਰਕੇ ਜਾਓ ਜ਼ਿੰਦਗੀ ਦੇ ਵਿੱਚ। ਚੱਲ ਰਹੀ ਆ ਗਲਤ ਹੈ ਜੀ। 400 ਰੁਪਏ ਬਿੱਲ ਘੁੰਮ ਰਿਹਾ ਜੀ, ਜਾਂ ਫਿਰ ਉਹਨਾਂ ਨੂੰ ਠੋਕ ਨੂੰ ਜਵਾਬ ਦੇ ਰਿਹਾ ਪੰਜਾਬੀ ਕਲਾਕਾਰ ਮੋਰੇ ਤੁਹਾਡੇ ਮੋਰੇ
ਕੇ ਮਕੀਨ ਜਿੰਦਾਬਾਦ ਜਿੰਦਾਬਾਦ ਰਾਜਨੀਤੀਆਂ ਕਰਨੀਆਂ ਹੋਰ ਬੜੇ ਮੁੱਦੇ ਨੇ ਯਾਰ ਜਿਹੜਿਆਂ ਨੇ ਅੱਜ ਕੱਪੜੇ ਪਾਏ ਆ ਉਹ ਸਿੱਖ ਕੌਮ ਤੇ ਪੰਜਾਬੀ ਕੌਮ ਦੀ ਦੇਣ ਆ ਜਿਹਨਾਂ ਦੇ ਉੱਤੇ ਸਿਰ ਦੇ ਉੱਤੇ ਪੰਜਾਬੀਆਂ ਦੀ ਇੱਜ਼ਤ ਆ ਜਾਓ ਜਿਹੜਾ ਹੁਣ ਆਪਣਾ ਉੱਥੇ ਸੇਵਾ ਚੱਲ ਰਹੀ ਹੈ ਜੇ ਕਾਨੂੰਨ ਇਹ ਬਾਤ ਨਹੀਂ ਕਰਦੇ ਤਾਂ ਲਗਾਤਾਰ ਕਾਨੂੰਨ ਨੇ ਤੱਕ ਕਰ ਸਕਦੀ ਹੈ ਮਹੀਨੇ ਤੱਕ ਜਾ ਸਕਦੀ ਹੈ ਫਿਰ ਦੇਖੋ ਜੀ किसानों ने कैसे शुरुआती आंसर भी पढ़े चंगी तरह करेंगे ਸੀਸ ਕੱਟਿਆ ਮਰ ਨਹੀਂ ਸਕਦੇ ਬਿਨਾਂ ਸੀ ਤੋਂ ਲੜਨਾ ਜਾਣਦੇ ਆ ਅਸੀਂ ਭੂਲ ਹੀ ਤੂੰ ਤੋਂ ਡਰਨ ਵਾਲੇ ਬਾਗ ਪਤੰਗੇ ਦੇ ਸਾਨਾ ਚੱਲਦੇ ਆ ਹੱਕ ਆਪਣੇ ਲਈ ਧਰਨਿਆਂ ਤੇ ਬਹਿ ਗਿਆ ਦਿੱਲੀਏ ਆਪਣੇ ਲਈ ਧਰਨਿਆਂ ਤੇ ਬਹਿ ਗਿਆ ਦਿੱਲੀਏ ਨਹੀਂ ਅਸੀਂ ਵਟਾਂਗੇ ਜੇ ਸਾਡੀ ਪੈਲੀ ਚ ਬਗਾਨਾ ਪੈਰ ਪੈ ਗਿਆ ਦਿੱਲੀਏ ਨਹੀਂ ਅਸੀਂ ਵਟਾਂਗੇ ਪੈਲੀ ਚ ਬਗਾਨਾ ਕੋਈ ਬਹਿ ਗਿਆ ਦਿੱਲੀਏ ਨਹੀਂ ਅਸੀਂ ਵਟਾਂਗੇ ਕਿਸੇ ਦੇ ਪਿਓ ਦੀ ਨਹੀਂ ਜਗੀਰ ਵੱਟਾਂ ਸਾਡੀਆਂ ਆਸ਼ਕੀ ਅਸੀਂ ਤੇ ਸਾਡੀ ਹੀਰ ਵੱਟਾਂ ਸਾਡੀਆਂ ਆਹ ਕਿਸੇ ਦੇ ਪਿਓ ਦੀ ਨਹੀਂ ਜਗੀਰ ਵੱਟਾਂ ਸਾਡੀਆਂ ਆਸ਼ਕੀ ਅਸੀਂ ਤੇ ਸਾਡੀ ਹੀਰ ਵੱਟਾਂ ਸਾਡੀਆਂ ਹੁਣ ਪਾਣੀ ਸਿਰਾਂ ਉੱਪਰੋਂ ਦੀ ਵਹਿ ਗਿਆ ਦਿੱਲੀਏ ਪਾਣੀ ਸਿਰਾਂ ਉੱਪਰੋਂ ਦੀ ਵਹਿ ਗਿਆ ਦਿੱਲੀਏ ਨਹੀਂ ਅਸੀਂ ਵੱਟਾਂਗੇ ਜੇ ਸਾਡੀ ਪੈਲੀ ਚ ਬਗਾਨਾ ਪੈਰ ਪੈ ਗਿਆ ਦਿੱਲੀਏ ਨਹੀਂ ਅਸੀਂ ਵੱਟਾਂਗੇ ਖੇਤਾਂ 'ਚ ਬਗਾਨਾ ਕੋਈ ਬਹਿ ਗਿਆ ਦਿੱਲੀਏ ਨਹੀਂ ਅਸੀਂ ਵੱਟਾਂਗੇ ਸੋ ਇਸ ਵੇਲੇ ਜਿਹੜਾ ਤੀਸਰਾ ਬਿੱਲ ਵੀ ਰਾਜ ਸਭਾ ਦੇ ਵਿੱਚ ਪਾਸ ਹੋ ਚੁੱਕਾ ਹੈ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਇਸ ਬਿੱਲ ਨੂੰ ਜਿਹੜਾ ਹੁਣ ਦੇਖਿਆ ਜਾਵੇਗਾ ਵਿਰੋਧੀ ਧਿਰਾਂ ਦੀ ਗੈਰ ਹਾਜ਼ਰੀ ਵਿੱਚ ਵੀ ਕਿਸਾਨਾਂ ਦੇ ਇਸ ਬਿੱਲ ਨੂੰ ਫਿਰ ਪਾਸ ਹੋ ਜਾਵੇਗਾ ਤੇਰੀਆਂ ਕਦਾਤੇ ਦੇ ਨਾ ਹੋਣ ਨੀਤਾਂ ਕਾਲੀਆਂ ਪੰਜਾਲੀ ਵਾਲੇ ਹੱਥਾਂ 'ਚ ਨਾ ਆਉਣ ਸੰਤਾਲੀਆਂ ਹੱਥਾਂ 'ਚ ਨਾ ਆਉਣ ਸੰਤਾਲੀਆਂ ਉਹ ਤੇਰੀਆਂ ਕਦਾਤੇ ਦੇ ਨਾ ਹੋਣ ਨੀਤਾਂ ਕਾਲੀਆਂ ਪੰਜਾਲੀ ਵਾਲੇ ਹੱਥਾਂ 'ਚ ਨਾ ਆਉਣ ਸੰਤਾਲੀਆਂ ਤੇਰਾ ਮੂਡ ਮੱਤ ਨਾਲ ਵੈਰ ਪੈ ਗਿਆ ਦਿੱਲੀਏ ਮੂਡ ਮੱਤ ਨਾਲ ਵੈਰ ਪੈ ਗਿਆ ਦਿੱਲੀਏ ਨਹੀਂ ਅਸੀਂ ਵੱਟਾਂਗੇ ਜੇ ਸਾਡੀ ਪੈਲੀ 'ਚ ਬਗਾਨਾ ਪੈਰ ਪੈ ਗਿਆ ਦਿੱਲੀਏ ਨਹੀਂ ਅਸੀਂ ਵੱਟਾਂਗੇ ਖੇਤਾਂ 'ਚ ਬਗਾਨਾ ਕੋਈ ਬਹਿ ਗਿਆ ਦਿੱਲੀਏ ਨਹੀਂ ਅਸੀਂ ਵੱਟਾਂਗੇ ਸਾਰੇ ਕਿਤੇ ਜ਼ਿਮੀਂਦਾਰ ਸਿਰੋਂ ਰੋਟੀ ਖਾਂਦੇ ਆ ਤੇਰੇ ਲੀਡਰ ਤੇ ਤੂੰ ਵੀ ਭਾਵੇਂ ਖੋਟੀ ਖਾਂਦੇ ਆ ਸਾਰੇ ਕਿਤੇ ਜ਼ਿਮੀਂਦਾਰ ਸਿਰੋਂ ਰੋਟੀ ਖਾਂਦੇ ਆ ਤੇਰੇ ਲੀਡਰ ਤੇ ਤੂੰ ਵੀ ਭਾਵੇਂ ਖੋਟੀ ਖਾਂਦੇ ਆ ਤੇਰਾ ਸਾਡੇ ਹੱਕਾਂ ਤੇ ਕਹਿਰ ਟੇਗਾ ਦਿੱਲੀਏ ਹੋਰ ਹੱਲ ਨਾ ਕੋਈ ਸਾਡੇ ਕੋਲ ਰਹਿ ਗਿਆ ਦਿੱਲੀਏ ਨਹੀਂ ਅਸੀਂ ਵੱਟਾਂਗੇ ਜੇ ਸਾਡੀ ਪੈਲੀ 'ਚ ਬਗਾਨਾ ਪੈਰ ਪੈ ਗਿਆ ਦਿੱਲੀਏ ਨਹੀਂ ਅਸੀਂ ਵੱਟਾਂਗੇ ਸੀਸ ਕੱਟਿਆ ਮਰ ਨਹੀਂ ਸਕਦੇ ਬਿਨਾਂ ਸੀ ਤੋਂ ਲੜਨਾ ਜਾਣਦੇ ਆ ਅਸੀਂ ਭੂਲ ਹੀ ਤੂੰ ਤੋਂ ਡਰਨ ਵਾਲੇ ਬਾਗ ਪਤੰਗੇ ਦੇ ਸਾਨਾ ਚੱਲਦੇ ਆ ਹੱਕ ਆਪਣੇ ਲਈ ਧਰਨਿਆਂ ਤੇ ਬਹਿ ਗਿਆ ਦਿੱਲੀਏ ਆਪਣੇ ਲਈ ਧਰਨਿਆਂ ਤੇ ਬਹਿ ਗਿਆ ਦਿੱਲੀਏ ਨਹੀਂ ਅਸੀਂ ਵਟਾਂਗੇ
ਜੇ ਸਾਡੀ ਪੈਲੀ 'ਚ ਬਗਾਨਾ ਪੈਰ ਪੈ ਗਿਆ ਦਿੱਲੀਏ ਨਹੀਂ ਅਸੀਂ ਵੱਟਾਂਗੇ ਪੈਲੀ 'ਚ ਬਗਾਨਾ ਕੋਈ ਬਹਿ ਗਿਆ ਦਿੱਲੀਏ ਨਹੀਂ ਅਸੀਂ ਵੱਟਾਂਗੇ ਕਿਸੇ ਦੇ ਪਿਓ ਦੀ ਨਹੀਂ ਜਗੀਰ ਵੱਟਾਂ ਸਾਡੀਆਂ ਆਸ਼ਕੀ ਅਸੀਂ ਤੇ ਸਾਡੀ ਹੀਰ ਵੱਟਾਂ ਸਾਡੀਆਂ ਕਿਸੇ ਦੇ ਪਿਓ ਦੀ ਨਹੀਂ ਜਗੀਰ ਵੱਟਾਂ ਸਾਡੀਆਂ ਆਸ਼ਕੀ ਅਸੀਂ ਤੇ ਸਾਡੀ ਹੀਰ ਵੱਟਾਂ ਸਾਡੀਆਂ ਹੁਣ ਪਾਣੀ ਸਿਰਾਂ ਉੱਪਰੋਂ ਦੀ ਵਹਿ ਗਿਆ ਦਿੱਲੀਏ ਪਾਣੀ ਸਿਰਾਂ ਉੱਪਰੋਂ ਦੀ ਵਹਿ ਗਿਆ ਦਿੱਲੀਏ ਨਹੀਂ ਅਸੀਂ ਵੱਟਾਂਗੇ ਜੇ ਸਾਡੀ ਪੈਲੀ 'ਚ ਬਗਾਨਾ ਪੈਰ ਪੈ ਗਿਆ ਦਿੱਲੀਏ ਨਹੀਂ ਅਸੀਂ ਵੱਟਾਂਗੇ ਖੇਤਾਂ 'ਚ ਬਗਾਨਾ ਕੋਈ ਬਹਿ ਗਿਆ ਦਿੱਲੀਏ ਨਹੀਂ ਅਸੀਂ ਵੱਟਾਂਗੇ ਸੋ ਇਸ ਵੇਲੇ ਜਿਹੜਾ ਤੀਸਰਾ ਬਿੱਲ ਵੀ ਰਾਜ ਸਭਾ ਦੇ ਵਿੱਚ ਪਾਸ ਹੋ ਚੁੱਕਾ ਹੈ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਇਸ ਬਿੱਲ ਨੂੰ ਜਿਹੜਾ ਹੁਣ ਭੇਜਿਆ ਜਾਵੇਗਾ ਵਿਰੋਧੀ ਧਿਰਾਂ ਦੀ ਗੈਰ ਹਾਜ਼ਰੀ ਵਿੱਚ ਹੀ ਕਿਸਾਨਾਂ ਦੇ ਇਸ ਬਿੱਲ ਨੂੰ ਫਿਰ ਪਾਸ ਕੀਤਾ ਗਿਆ ਤੇਰੀਆਂ ਕਦਾਤੇ ਦੇ ਨਾ ਹੋਣ ਨੀ ਫਗਵਾੜਾ ਪ੍ਰਸ਼ਾਸਨ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਹੈ ਅੱਜ ਕੈਂਡਲ ਮਾਰਚ ਦਾ ਫਗਵਾੜਾ ਪ੍ਰਾਈਮ ਟਾਈਮ ਦੀ ਤੇ ਜੰਤਰ ਉਡਾਈ ਰਿਪੋਰਟ ਹੱਥਾਂ 'ਚ ਨਾ ਆਉਣ ਸਰਕਾਰੀਆਂ ਉਹ ਤੇਰੀਆਂ ਕਦਾਤੇ ਦੇ ਨਾ ਹੋਣ ਨੀ ਤਾਂ ਕਾਲੀਆਂ ਪੰਜਾਲੀ ਵਾਲੇ ਹੱਥਾਂ 'ਚ ਨਾ ਆਉਣ ਸਰਕਾਰੀਆਂ ਉੱਤੇ ਥਕੇ ਤਾਈ ਇਹਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਲਾਈਵ ਹੋ ਗਿਆ ਸਾਰਾ ਫਗਵਾੜਾ ਦੀਆਂ ਲੇਟੈਸਟ ਖਬਰਾਂ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਫਗਵਾੜਾ ਪ੍ਰਾਈਮ ਟਾਈਮ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਬੈਲ ਆਈਕਨ ਨੂੰ ਪ੍ਰੈਸ ਕਰੋ।